next we'll talk about the second class of multigene families, that are multigene families with identical genes. ਸੋ ਇਹਦੇ ਵਿੱਚ ਆਪਣੇ ਕੋਲ ਕੀ ਹੁੰਦਾ ਆ ਕਿ ਕਈ ਵਾਰੀ ਕੋਈ ਸੈੱਲ ਹੁੰਦੇ ਨੇ ਜਾਂ ਕੁਝ ਕੇਸਿਸ ਇੱਦਾਂ ਦੇ ਹੁੰਦੇ ਜਿਸ 'ਚ ਲਾਰਜ ਕੁਆਂਟਿਟੀ ਆਫ ਜੀਨ ਪ੍ਰੋਡਕਟ ਚਾਹੀਦਾ ਹੋਇਆ ਅਤੇ ਇਸ ਕਰਕੇ ਕਾਫੀ ਜ਼ਿਆਦਾ ਨੰਬਰ ਆਫ ਕਾਪੀਜ਼ ਜਿਹੜੀਆਂ ਉੱਥੇ ਬਣਦੀਆਂ ਨੇ। ਹੁਣ ਇਹ ਜਿਹੜੀਆਂ ਜੀਨਸ ਨੇ ਹੈ ਨਾ, ਦੋ ਟਾਈਪ ਦੇ ਰਿਪੀਟਿੰਗ ਯੂਨਿਟਸ ਇਹਨਾਂ ਦੇ ਵਿੱਚ ਹੁੰਦੇ ਨੇ। ਫਸਟ ਵਨ ਆਪਣੇ ਕੋਲ ਕੋਡਿੰਗ ਰੀਜ਼ਨਸ ਹੁੰਦੇ ਨੇ। ਕੋਡਿੰਗ ਰੀਜ਼ਨਸ ਮੀਨਸ ਥੀਸ ਆਰ ਦੀ ਐਕਟਿਵ ਰੀਜ਼ਨਸ ਵਿਚ ਕੋਡ ਸਰਟਨ ਪੋਲੀਪੈਪਟਾਈਡਸ ਔਰ ਪ੍ਰੋਟੀਨਸ। ਔਰ ਇਹ ਰੀਜ਼ਨਸ ਨੇ ਜਿਹੜੇ ਬਹੁਤ ਜ਼ਿਆਦਾ ਕੰਜ਼ਰਵਡ ਹੁੰਦੇ ਨੇ, ਐਗਜ਼ੈਕਟਲੀ ਮਤਲਬ ਸੇਮ ਟਾਈਪ ਆਫ ਜੀਨ ਪ੍ਰੋਡਕਟ ਇਹਨਾਂ ਨੇ ਪ੍ਰੋਡਿਊਸ ਕਰਨਾ। ਜਿੰਨੇ ਨੰਬਰ ਆਫ ਆਇਡੈਂਟੀਕਲ ਜੀਨਸ ਪਈਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਕੋਡਿੰਗ ਰੀਜ਼ਨਸ ਨੇ ਉਹ ਹਾਈਲੀ ਸਪੈਸੀਫਿਕ ਹੁੰਦੇ ਨੇ। ਸਾਰਿਆਂ ਦੇ ਕੋਡਿੰਗ ਰੀਜ਼ਨ ਸੇਮ ਹੋਣਗੇ ਬਿਕੋਜ਼ ਉਹਨਾਂ ਨੇ ਸੇਮ ਕਾਈਂਡ ਆਫ ਪ੍ਰੋਡਕਟ ਆ ਜਿਹੜਾ ਉਹ ਪ੍ਰੋਡਿਊਸ ਕਰਨਾ। ਦੂਸਰਾ ਆਪਣੇ ਕੋਲ ਆ ਜਾਂਦਾ ਸਪੇਸਰ ਰੀਜ਼ਨਸ। ਜਿਹੜੇ ਸਪੇਸਰ ਰੀਜ਼ਨਸ ਨੇ ਇਹ ਡਾਇਵਰਜੈਂਸ ਸ਼ੋ ਕਰ ਸਕਦੇ ਨੇ। ਇਹ ਨੋਨ ਕੋਡਿੰਗ ਰੀਜ਼ਨਸ ਨੇ, ਇਹਨਾਂ ਨੇ ਕੁਝ ਕੋਡ ਨਹੀਂ ਕਰਨਾ। ਹੁਣ ਇਹਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲੀ ਐਗਜ਼ਾਮਪਲ ਆਉਂਦੀ ਹੈ ਹਿਸਟੋਨ ਜੀਨਸ ਦੀ, ਹੈ ਨਾ। ਅਤੇ ਜਿਵੇਂ ਆਪਣੇ ਕੋਲ ਮੇਜਰ 5 ਕਾਇੰਡ ਦੇ ਹਿਸਟੋਨਸ ਹੁੰਦੇ ਨੇ ਜਿਹੜੇ ਤੁਸੀਂ ਆਲਰੇਡੀ ਪੜ੍ਹਿਆ ਹੈ ਨਾ ਕਿ ਇਹਨਾਂ ਦਾ ਰੋਲ ਆ। ਯੂ ਆਲਰੇਡੀ ਰੈਡ ਅਬਾਊਟ ਦੀਸ ਹਿਸਟੋਨਸ, ਦੇਅਰ ਰੋਲਸ ਐਂਡ ਕ੍ਰੋਮੈਟਿਨ ਰੀਮੋਡਲਿੰਗ, ਸਾਰੀਆਂ ਚੀਜ਼ਾਂ ਤੁਸੀਂ ਆਲ ਥਿੰਗਸ ਯੂ ਹੈਵ ਰੈਡ ਇਨ ਯੂਰ ਪ੍ਰੀਵੀਅਸ ਕਲਾਸ। ਸੋ ਇਹਦੇ ਵਿੱਚ ਆਪਣੇ ਕੋਲ ਹਿਸਟੋਨਸ ਕਿਹੜੀਆਂ ਨੇ, H1, H2A, H2B, H3 ਐਂਡ H4 ਹਿਸਟੋਨਸ ਨੇ ਔਰ ਇਹ ਪੈਕੇਜਿੰਗ ਦੇ ਵਿੱਚ ਹੈਲਪ ਕਰਦੇ ਨੇ। ਹੁਣ ਜਦੋਂ ਐਸ ਫੇਜ਼ ਹੁੰਦਾ ਸੈੱਲ ਸਾਈਕਲ ਦਾ, ਉੱਥੇ ਕੀ ਹੋ ਰਿਹਾ ਹੁੰਦਾ ਇਸ ਫੇਜ਼ ਦੇ ਵਿੱਚ DNA ਦੀ ਡੁਪਲੀਕੇਸ਼ਨ ਹੁੰਦੀ ਆ, ਮਤਲਬ DNA ਸਿੰਥੇਸਾਈਜ਼ ਹੋ ਰਿਹਾ ਆ ਹੁੰਦਾ। ਤਾਂ ਉਸ ਟਾਈਮ 'ਤੇ ਜਿਹੜਾ ਸਿੰਥੇਸਾਈਜ਼ ਹੋ ਰਿਹਾ DNA, ਉਹਦੀ ਜਿਹੜੀ ਹੈਗੀ ਆ ਫੋਲਡਿੰਗ ਹੋਣੀ ਆ, ਉਹਦੀ ਜਿਹੜੀ ਪੈਕੇਜਿੰਗ ਹੋਣੀ ਹੈ, ਇਹਦੇ ਲਈ ਲਾਰਜ ਨੰਬਰ ਆਫ ਹਿਸਟੋਨ ਪ੍ਰੋਟੀਨਸ ਜਿਹੜੀਆਂ ਰਿਕੁਆਇਰਡ ਹੁੰਦੀਆਂ ਨੇ। ਸੋ ਉਸ ਡਿਮਾਂਡ ਨੂੰ ਕੰਪਲੀਟ ਕਰਨ ਦੇ ਲਈ ਜਿਹੜੀਆਂ ਬਹੁਤ ਜ਼ਿਆਦਾ ਕਾਪੀਜ਼ ਦੇ ਵਿੱਚ ਜਿਹੜੀਆਂ ਜੀਨਸ ਪ੍ਰੈਜ਼ੈਂਟ ਹੁੰਦੀਆਂ। ਫੋਰ ਐਗਜ਼ਾਮਪਲ ਇਨ ਬਰਡਸ ਐਂਡ ਮੈਮਲਸ 10 to 20 ਜਿਹੜੀਆਂ ਹਿਸਟੋਨ ਜੀਨਸ ਪ੍ਰੈਜ਼ੈਂਟ ਹੁੰਦੀਆਂ ਨੇ ਔਰ ਇਨ ਸੀ ਅਰਚਨ ਐਂਡ ਨਿਊਟ ਦੇ ਵਿੱਚ ਜਿਹੜੀਆਂ 600 to 800 ਕਾਪੀਜ਼ ਜਿਹੜੀਆਂ ਪ੍ਰੈਜ਼ੈਂਟ ਹੁੰਦੀਆਂ। ਜਿੱਦਾਂ ਯੂ ਨੋ ਸੀ ਅਰਚਨ ਜਿਹੜਾ ਐਮਫੀਬੀਅਨ ਆ, ਤੋ ਐਮਫੀਬੀਅਨ ਦੇ ਵਿੱਚ ਜਿਹੜੀ ਸੈੱਲ ਡਿਵੀਜ਼ਨ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਇਹਦੇ ਵਿੱਚ ਇਹ ਪਤਾ ਚੱਲਦਾ ਕਿ ਇੰਨੇ ਨੰਬਰ ਆਫ ਹਿਸਟੋਨ ਜੀਨਸ ਹੋਣ ਦਾ ਰੀਜ਼ਨ ਕੀ ਆ ਕਿ ਰੈਪਿਡ ਸੈੱਲ ਡਿਵੀਜ਼ਨ ਦੇ ਕਰਕੇ ਇਹਦੇ ਵਿੱਚ ਜਿਹੜੀ ਆ ਹਿਸਟੋਨ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ। ਦੈਟਸ ਵਾਈ ਜਿਹੜੀਆਂ ਜੀਨਸ ਦਾ ਨੰਬਰ ਆ ਉਹ ਵੀ ਜ਼ਿਆਦਾ ਹੁੰਦਾ ਹੈ। ਹੁਣ ਇਹ ਜਿਹੜੀਆਂ ਜੀਨਸ ਨੇ, ਪੰਜੋ ਜੀਨਸ ਦੀ ਆਪਾਂ ਗੱਲ ਕਰਦੇ ਹਾਂ ਹੈ ਨਾ, ਤਾਂ ਇਹ ਜਿਹੜੀਆਂ ਜੀਨਸ ਨੇ ਇਹਨਾਂ ਦੀ ਬੇਸਿਕ ਜਿਹੜੀ ਯੂਨਿਟ ਆ ਉਹ ਸੇਮ ਹੁੰਦੀ ਆ, ਬਟ ਇਹਨਾਂ ਦੀ ਜਿਹੜੀ ਓਰੀਐਂਟੇਸ਼ਨ ਜਿਹੜੀ ਡਿਫਰੈਂਟ ਹੋ ਸਕਦੀ ਹੈ। ਠੀਕ ਹੈ, ਜਿਵੇਂ ਆਪਣੇ ਕੋਲ ਆਇਆ ਹੈ ਨਾ, ਇਹਨਾਂ ਦੀ ਜਸਟ ਕੀ ਆ ਕਿ ਓਰੀਐਂਟੇਸ਼ਨ ਦੇਖੋ, ਇਹਦੀਆਂ ਸਾਰੀ ਇੱਕ ਸਾਈਡ ਨੂੰ ਆ, ਇਹਦੀਆਂ ਸਾਰੀ ਇਹ ਦੋ ਇੱਧਰ, ਇੱਕ ਇੱਧਰ, ਫਿਰ ਇੱਧਰ। ਇਹ ਜਿਹੜੀ ਓਰੀਐਂਟੇਸ਼ਨ ਆ, ਓਰੀਐਂਟੇਸ਼ਨਸ ਨੂੰ ਲੈ ਕੇ ਇਹ ਡਿਫਰੈਂਟ ਜਿਹੜੇ ਨੇ ਹੋ ਸਕਦੇ ਨੇ। ਅਤੇ ਉਸ ਤੋਂ ਬਾਅਦ ਜਿਹੜੇ ਆਪਾਂ ਗੱਲ ਕਰੀਏ ਕਿ ਦੂਸਰੇ ਜਿਹੜੇ ਔਰਗੈਨਿਜ਼ਮਸ ਨੇ ਉਹਨਾਂ ਦੇ ਨਾਲੋਂ ਜਿਹੜਾ ਇਹਨਾਂ ਦਾ ਡਿਫਰੈਂਸ ਆ ਉਹ ਜਿਹੜੇ ਆਪਣੇ ਕੋਲ ਹਿਸਟੋਨਸ ਇੱਕ ਯੂਕੈਰੀਓਟਿਕ ਔਰਗੈਨਿਜ਼ਮ ਦੀ ਜਾਂ ਦੂਸਰੇ ਨਾਲੋਂ ਕਿੱਦਾਂ ਡਿਫਰੈਂਟ ਹੋ ਸਕਦੀ ਆ। ਜਸਟ ਕੀ ਪ੍ਰੈਜ਼ੈਂਸ ਆਫ ਇੰਟਰੋਨਸ ਐਂਡ ਪੋਲੀ ਏ ਟੇਲ ਦੀ ਜਿਹੜੀ ਪੋਜੀਸ਼ਨਸ 'ਤੇ ਕਰਕੇ ਜਿਹੜੀ ਇਹਨਾਂ ਦੇ ਵਿੱਚ ਡਿਫਰੈਂਸੀਏਸ਼ਨ ਆ ਜਿਹੜੀ ਉਹ ਹੋ ਸਕਦੀ ਆ। ਹੁਣ ਅਗਰ ਆਪਾਂ ਇਸ ਡਾਇਗਰਾਮ ਨੂੰ ਦੇਖੀਏ ਤਾਂ ਇਹਨਾਂ ਨੇ 3 ਔਰਗੈਨਿਜ਼ਮਸ ਲਏ ਨੇ, ਸੀ ਅਰਚਨ, ਫਰੂਟ ਫਲਾਈ ਐਂਡ ਨਿਊਟ ਲਿਆ ਆ, ਹੈ ਨਾ। ਤਿੰਨਾਂ ਦੇ ਵਿੱਚ ਜਿਹੜੀਆਂ ਹਿਸਟੋਨਸ ਸੀ ਜਿਹੜੀ ਹੈਗੀ ਆ ਓਰੀਐਂਟੇਸ਼ਨ ਨੂੰ ਸ਼ੋ ਕੀਤਾ। ਹੁਣ ਇਫ ਯੂ ਟਾਕਿੰਗ ਅਬਾਊਟ ਦੀ ਸੀ ਅਰਚਨ, ਸੀ ਅਰਚਨ ਦੇ ਵਿੱਚ ਕੀ ਆ ਕਿ ਜਿਹੜੀ ਓਰੀਐਂਟੇਸ਼ਨ ਆ ਉਹ ਆਪਣੇ ਕੋਲ ਜਿਹੜੀ ਟੈਂਡਮ ਰਿਪੀਟ ਦੇ ਵਿੱਚ ਆ, ਸੇਮ ਇੱਥੇ ਫਿਰ ਅੱਗੇ ਸੇਮ ਹੀ ਪੋਜੀਸ਼ਨ ਦੇ ਵਿੱਚ ਪਈ ਆ, ਬਟ ਇਨ ਅਨਦਰ ਕੇਸਿਸ ਫਰੂਟ ਫਲਾਈ ਦੇ ਵਿੱਚ ਨਹੀਂ ਗੀ ਟੈਂਡਮ, ਇਹਦੇ ਵਿੱਚ ਵੀ ਟੈਂਡਮ ਨਹੀਂ ਹੈਗੀ, ਇੱਥੇ ਆ ਕੇ ਜਿਹੜੀ ਆ ਬ੍ਰੇਕ ਕਰਦੇ। ਸੋ ਆਪਣੇ ਕੋਲ ਕੀ ਆ, ਬਟ ਇਹ ਜਿਹੜੇ ਇਹ ਕੋਡਿੰਗ ਰੀਜ਼ਨਸ ਨੇ H1, H4, H2B, H3, H2A ਜੋ ਵੀ ਇਹਨਾਂ ਦੇ ਵਿੱਚ ਪ੍ਰੈਜ਼ੈਂਟ ਆ, ਔਰ ਦੀਸ ਲਾਈਨਸ ਰਿਪਰਜੈਂਟ ਦਾ ਸਪੇਸਰ ਰੀਜ਼ਨਸ ਬਿਟਵੀਨ ਦਾ ਜੀਨਸ। So if you're talking about the repeat length in case of sea urchin is 6300 base pair ਦੀ ਆ। ਸੋ ਇੱਕ ਜੀਨ ਜਿਹੜੀ ਹੈਗੀ ਆਪਣੇ ਕੋਲ ਕਹਿ ਲਓ ਕਿ 6300 ਬੇਸ ਪੇਅਰਸ ਦੀ ਆ। ਅਪਰੋਕਸੀਮੇਟਲੀ ਰੈਪੀਟੇਸ਼ਨ ਜਿਹੜੀ ਇਹਨਾਂ ਦੇ ਵਿੱਚ ਕੀ ਆ 300 to 600 ਆ। ਸੇਮ ਆਪਣੇ ਕੋਲ 4800 ਬੇਸ ਪੇਅਰ ਔਰ ਰੈਪੀਟੇਸ਼ਨ ਜਿਹੜੀ ਹੈਗੀ ਆ 100 ਯੂਨਿਟਸ ਦੇ ਵਿੱਚ ਹੈਗੀ ਆ। ਔਰ ਇਨ ਕੇਸ ਆਫ ਨਿਊਟ ਜਿਹੜੀ 9000 ਬੇਸ ਪੇਅਰ ਦੀ ਇੱਕ ਰਿਪੀਟ ਲੈਂਥ ਆ ਇਹਦੀ, ਅਤੇ ਇਹਦੀ ਜਿਹੜੀ ਰੈਪੀਟੇਸ਼ਨ ਆ 600 to 800 ਤੱਕ ਹੁੰਦੀ ਆ। ਹੁਣ ਇਹਦਾ ਇੱਕ ਚੀਜ਼ ਧਿਆਨ ਦੇਣ ਦੀ ਲੋੜ ਆ ਕਿ ਆਮ ਨਾਟ ਟਾਕਿੰਗ ਅਬਾਊਟ ਕਿ
ਇਹ ਵੀ 6300 ਆ, ਇਹ ਵੀ 6300 ਆ। ਇਟ ਡਜ਼ਨਟ ਮੀਨ ਲਾਈਕ ਦੈਟ। ਇਹਦੇ ਵਿੱਚ ਕੀ ਦਿਸ ਇਜ਼ ਕੰਪਲੀਟ ਲੈਂਥ, ਦਿਸ ਇਜ਼ ਅ ਕੰਪਲੀਟ ਵਨ ਲੈਂਥ। ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਅੱਗੇ ਦੀ ਅੱਗੇ ਸਾਰੀਆਂ ਜਿਵੇਂ ਲੈਂਥ ਨੇ, ਦੇਖੋ ਦਿਸ ਦਾ 1, ਦਿਸ ਦਾ 2, ਇੱਦਾਂ ਜਿਹੜੀ ਸਾਰੀ ਇਹ ਲੈਂਥ ਆ ਉਹ ਪ੍ਰੈਜ਼ੈਂਟ ਹੁੰਦੀ ਆ। ਹੁਣ ਇਹਨਾਂ ਦੇ ਵਿੱਚ ਇੱਕ ਚੀਜ਼ ਹੋਰ ਆ ਜਾਂਦੀ ਹੈ ਕਿ ਜਿਹੜੀਆਂ ਹਿਸਟੋਨ ਜੀਨਸ ਨੇ ਇਹਨਾਂ ਨੂੰ 4 ਮੇਜਰ ਕਲਾਸਿਸ ਦੇ ਵਿੱਚ ਡਿਵਾਈਡ ਕੀਤਾ ਅਕੋਰਡਿੰਗ ਟੂ ਦਾ ਡਿਵੈਲਪਮੈਂਟ ਐਂਡ ਟਿਸ਼ੂ ਸਪੈਸੀਫਿਕ ਐਕਸਪ੍ਰੈਸ਼ਨ। ਜਿੱਦਾਂ ਆਪਾਂ ਗਲੋਬਿਨ ਜੀਨ ਦੇ ਵਿੱਚ ਦੇਖਿਆ ਸੀ, ਇਹਨਾਂ ਦੇ ਵਿੱਚ ਵੀ ਥੋੜ੍ਹਾ ਜਿਹਾ ਇੱਦਾਂ ਹੁੰਦਾ ਹੈ। ਸੋ ਫਸਟ ਕੈਟਾਗਰੀ ਆਉਂਦੀ ਆ ਅਰਲੀ ਹਿਸਟੋਨ ਜੀਨਸ। ਅਰਲੀ ਹਿਸਟੋਨ ਜੀਨਸ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਐਕਟਿਵ ਹੁੰਦੀਆਂ ਡਿਊਰਿੰਗ ਦਾ ਲੇਟ ਓਜੈਨੇਸਿਸ ਐਂਡ ਅਪ ਟੂ ਦਾ ਬਲਾਸਟੋਲਾ ਸਟੇਜ। ਵਾਈ ਦੀਸ ਆਰ ਕਾਲਡ ਅਰਲੀ ਹਿਸਟੋਨ, ਕਿਉਂਕਿ ਸਭ ਤੋਂ ਪਹਿਲਾਂ ਬਣਦੀਆਂ ਨੇ ਬਲਾਸਟੋਲਾ ਸਟੇਜ ਤੱਕ ਜਿਹੜੀਆਂ ਇਹ ਪ੍ਰੈਜ਼ੈਂਟ ਹੁੰਦੀਆਂ ਨੇ। ਦੈਨ ਉਸ ਤੋਂ ਬਾਅਦ ਆਪਣੇ ਕੋਲ ਆਉਂਦੀ ਹੈ ਕਲੀਵੇਜ ਸਟੇਜ ਹਿਸਟੋਨ ਜੀਨ। ਸੋ ਇਟ ਨੇਮ ਇੰਡੀਕੇਟ ਕਲੀਵੇਜ ਸਟੇਜ 'ਤੇ ਹੁੰਦੇ ਆ। ਉਹ ਇਹ ਜਿਹੜੀਆਂ ਜੀਨਸ ਨੇ ਉਹ ਐਕਸਪ੍ਰੈਸ਼ਨ ਕਦੋਂ ਦੇਣਗੀਆਂ, ਕਲੀਵੇਜ ਕਦੋਂ ਸਟਾਰਟ ਹੋਣੀ ਆ, ਆਫਟਰ ਦਾ ਫਰਟੀਲਾਈਜੇਸ਼ਨ। ਸੋ ਇਹ ਜਿੰਨੀਆਂ ਵੀ ਜੀਨਸ ਨੇ ਇਹ ਐਕਸਪ੍ਰੈਸ਼ਨ ਦੇਣਗੀਆਂ ਆਫਟਰ ਦਾ ਫਰਟੀਲਾਈਜੇਸ਼ਨ। ਉਸ ਤੋਂ ਬਾਅਦ ਆਪਣੇ ਕੋਲ ਥਰਡ ਕੈਟਾਗਰੀ ਆ ਗਈ ਲੇਟ ਹਿਸਟੋਨ ਜੀਨਸ, ਜਿਹੜੀਆਂ ਬਲਾਸਟੋਲਾ ਸਟੇਜ ਤੋਂ ਬਾਅਦ, ਜਿਵੇਂ ਪਹਿਲੀਆਂ ਹਿਸਟੋਨ ਸੀਗੀਆਂ ਬਲਾਸਟੋਲਾ ਸਟੇਜ ਤੱਕ ਕੰਮ ਕਰਦੀਆਂ ਸੀ ਅਰਲੀ ਵਾਲੀਆਂ, ਬਟ ਜਿਹੜੀਆਂ ਲੇਟ ਵਾਲੀਆਂ ਨੇ ਉਹ ਬਲਾਸਟੋਲਾ ਸਟੇਜ ਤੋਂ ਬਾਅਦ ਐਕਸਪ੍ਰੈਸ ਹੋਣੀਆਂ ਸਟਾਰਟ ਹੋਣਗੀਆਂ। ਉਸ ਤੋਂ ਬਾਅਦ ਆਪਣੇ ਕੋਲ ਸਪਰਮ ਹਿਸਟੋਨ ਜੀਨਸ ਆ ਜਾਂਦੀਆਂ। ਇਹ ਜਿਹੜੀਆਂ ਸਪਰਮ ਹਿਸਟੋਨ ਜੀਨਸ ਨੇ ਇਹ ਸਿਰਫ ਆਪਣੇ ਆਪ ਨੂੰ ਐਕਸਪ੍ਰੈਸ ਕਰਦੀਆਂ ਨੇ ਡਿਊਰਿੰਗ ਦਾ ਸਪਰਮੈਟੋਜੈਨੇਸਿਸ। ਹੁਣ ਆਪਾਂ ਸੀ ਅਰਚਨ ਦੀ ਕਹਿੰਦੇ ਗੱਲ ਕਰਦੇ ਹਾਂ। ਸੀ ਅਰਚਨ ਦੇ ਵਿੱਚ ਜਿਹੜੀਆਂ ਆਪਣੇ ਕੋਲ ਅਰਲੀ ਜੀਨਸ ਨੇ ਉਹ 300 ਟੂ ਨੀਅਰਲੀ 500 ਕਾਪੀਜ਼ ਜਿਹੜੀਆਂ ਹੁੰਦੀਆਂ ਇੱਕ ਟੈਂਡਮ ਐਰੇ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਨੇ। ਬਟ ਜਿਹੜੀਆਂ ਬਾਕੀ ਦੀਆਂ ਕਲਾਸਿਸ ਨੇ ਉਹ ਡਿਸਪਰਸਡ ਹੁੰਦੀਆਂ ਨੇ, ਉਹਨਾਂ ਦਾ ਅਮਾਊਂਟ ਜਿਹੜਾ ਹੈ ਡਿਸਪਰਸਡ ਹੁੰਦਾ ਆ। ਇਹ ਜਿਹੜੀ ਡਾਇਗਰਾਮ ਆਪਣੇ ਕੋਲ ਹੈਗੀ ਆ, ਇਹ ਆਪਣੇ ਕੋਲ ਇੱਕ ਰਿਸਟ੍ਰਿਕਸ਼ਨ ਮੈਪ ਸ਼ੋ ਕਰ ਰਹੀ ਆ ਹਿਸਟੋਨ ਜੀਨ ਕਲਸਟਰ ਦਾ ਇਨ ਕੇਸ ਆਫ ਡਰੋਸੋਫਿਲਾ। ਇਹ ਡਰੋਸੋਫਿਲਾ ਦਾ ਇੱਕ ਪੂਰੇ ਦਾ ਪੂਰਾ ਜਿਹੜਾ ਰਿਪੀਟ ਯੂਨਿਟ ਆ, ਜਿਹਦੇ ਵਿੱਚ H1 H3 H4 ਉਹਦੇ 'ਤੇ ਕਿਹੜੇ ਹੋਰ ਰਿਸਟ੍ਰਿਕਸ਼ਨ ਸਾਈਟਸ ਨੇ। ਰਿਸਟ੍ਰਿਕਸ਼ਨ ਮੈਪ ਦਾ ਮੀਨਿੰਗ ਤਾਂ ਇਹ ਹੈ ਕਿ ਰਿਸਟ੍ਰਿਕਸ਼ਨ ਸਾਈਟਸ ਜਿਹੜੀਆਂ ਰਿਸਟ੍ਰਿਕਸ਼ਨ ਸਾਈਟਸ ਪਈਆਂ, ਜਿਵੇਂ BAM HIN ECOR R1, ਇਹ ਸਾਰੀਆਂ ਚੀਜ਼ਾਂ ਨਾ, ਇਹਨਾਂ ਦੇ ਵਿੱਚ ਇੱਕ ਸਪੈਸੀਫਿਕ ਜਿਹੜਾ ਕਰੈਕਟਰ ਜਿਹਾ ਹੁੰਦਾ ਵਾ, ਇੰਟਰਸਟਿੰਗ ਫੀਚਰ ਆ ਮਲਟੀ ਜੀਨ ਫੈਮਲੀਜ਼ ਆ ਜਿਹੜੀਆਂ ਹਿਸਟੋਨ ਵਾਲੀਆਂ ਜੀਨਸ ਨੇ, ਸਪੈਸ਼ਲੀ ਇਨ ਕੇਸ ਆਫ ਡਰੋਸੋਫਿਲਾ, ਕਿ ਇਹਨਾਂ ਦੇ ਵਿੱਚ ਇੱਕ ਅਟੈਚਮੈਂਟ ਸਾਈਟ ਹੁੰਦੀ ਆ। ਹਰੇਕ ਰਿਪੀਟ ਯੂਨਿਟ ਦੇ ਉੱਤੇ ਇੱਕ ਅਟੈਚਮੈਂਟ ਸਾਈਟ ਹੁੰਦੀ ਹੈ। ਲਾਈਕ ਯੂ ਕੈਨ ਸੀ ਦਿਸ ਡਾਇਗਰਾਮ, ਦਿਸ ਇਜ਼ ਵਨ ਰਿਪੀਟ ਯੂਨਿਟ ਐਂਡ ਆਫਟਰ ਦੀ H1 ਐਂਡ H3 H1 ਔਰ H3 ਦੇ ਵਿੱਚ ਇਹ ਅਟੈਚਮੈਂਟ ਸਾਈਟ ਪ੍ਰੈਜ਼ੈਂਟ ਹੁੰਦੀ, ਕਿਉਂਕਿ H1 ਤੋਂ ਜਿਹੜਾ ਸੀਕੁਐਂਸ ਸਟਾਰਟ ਕਰਦੇ ਹਾਂ ਆਪਾਂ। ਸੋ H1 H3 H4 H2A H2B ਜਿਹੜਾ ਇਹਦੇ ਵਿੱਚ ਰਿਪੀਟ ਦਾ ਸੀਕੁਐਂਸ ਹੁੰਦਾ ਆ। ਸੋ ਜਿਹੜਾ ਹੈਗਾ H1 ਤੋਂ ਬਾਅਦ ਜਿਹੜੀ ਹੈਗੀ ਇਹਦੇ ਵਿੱਚ ਅਟੈਚਮੈਂਟ ਸਾਈਟ ਜਿਹੜੀ ਹੁਣ ਇੱਥੇ ਅਟੈਚਮੈਂਟ ਸਾਈਟ ਹੋਏਗੀ, ਔਰ H3 ਦੇ ਫਰੰਟ ਦੇ ਉੱਤੇ ਜਿਹੜੀ ਆ ਅਟੈਚਮੈਂਟ ਸਾਈਟ ਆ ਜਿਹੜੀ ਉਹ ਪ੍ਰੈਜ਼ੈਂਟ ਹੋਏਗੀ। ਹੁਣ ਇਹ ਅਟੈਚਮੈਂਟ ਸਾਈਟ ਕੀ ਕਰਦੀਆਂ ਨੇ, ਇਹ ਜਿਹੜੀਆਂ ਹੈਗੀਆਂ ਨਿਊਕਲੀਅਰ ਸਕੈਫੋਲਡ ਦੇ ਨਾਲ ਜਿਹੜਾ ਹੈਗਾ ਇਹ ਜੀਨਸ ਨੂੰ ਅਟੈਚਡ ਰਹਿਣ ਦੇ ਵਿੱਚ ਹੈਲਪ ਕਰਦੀਆਂ ਨੇ। ਔਰ ਦੀਜ਼ ਅਟੈਚਮੈਂਟ ਸਾਈਟਸ ਜਿਹੜੀਆਂ ਨੇ ਦੀਜ਼ ਆਰ ਹੈਲਪਫੁਲ ਇਨ ਦ ਟਰਾਂਸਕ੍ਰਿਪਸ਼ਨ ਪ੍ਰੋਸੈਸ। ਟਰਾਂਸਕ੍ਰਿਪਸ਼ਨ ਦੇ ਵਿੱਚ ਵੀ ਇਹ ਹੈਲਪ ਕਰਦੀਆਂ ਨੇ। ਸੋ ਇਹ ਰਿਸਟ੍ਰਿਕਸ਼ਨ ਮੈਪ ਆ। ਹੁਣ ਇਹ ਜਿਹੜਾ ਇੱਕ ਆਹ H1 ਦਾ ਲੈ ਕੇ ਰਿਸਟ੍ਰਿਕਸ਼ਨ ਮੈਪ ਕੀਤਾ ਹੋਇਆ ਆ। ਸੋ ਇੱਥੇ ECOR R1 ਪਿਆ। ਹੁਣ ਜਿਹੜੀ ECOR R1 ਹੁੰਦਾ ਆ ਤਾਂ ਉਹਦੇ ਨਾਲ ਜਿਹੜੀ ਆ ਰਿਸਟ੍ਰਿਕਸ਼ਨ ਜਿਹੜੀ ਸਾਈਟ ਆ ਉਹ ਇੱਥੇ ਪ੍ਰੈਜ਼ੈਂਟ ਹੁੰਦੀ ਹੈ। ECOR ਤੋਂ 1 ਅੱਗੇ ਜਿਹੜੀ ਹੈਗੀ ਆ ਉਹ ਰਿਸਟ੍ਰਿਕਸ਼ਨ ਸਾਈਟ ਜਿਹੜੀ ਆ ਉਹ ਪ੍ਰੈਜ਼ੈਂਟ ਹੁੰਦੀ ਆ। ਸੋ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ HIN ਤੋਂ ਲੈ ਕੇ ਜਿਹੜੀ ਰਿਸਟ੍ਰਿਕਸ਼ਨ ਸਾਈਟ ਆ ਔਰ ECOR R1 ਤੱਕ ਜਿਹੜੀ ਸਾਈਟ ਆ ਉਹਨੂੰ ਆਪਾਂ ਅਟੈਚਮੈਂਟ ਸਾਈਟ ਕਹਿੰਦੇ ਹਾਂ। ਔਰ ਇਹ ਅਟੈਚਮੈਂਟ ਸਾਈਟ ਜਿਹੜੀ ਹੈਗੀ ਆ ਨੀਅਰਲੀ 657 ਬੇਸ ਪੇਅਰਸ ਲੌਂਗ ਹੁੰਦੀ ਆ। ਔਰ ਇਹਦੇ ਵਿੱਚ ਇੱਕ ਹੋਰ ਰਿਸਟ੍ਰਿਕਸ਼ਨ ਸਾਈਟ ਆਉਂਦੀ ਹੈ MBO1, ਠੀਕ ਹੈ। ਇਹ ਸਾਰਾ ਦਾ ਰਿਸਟ੍ਰਿਕਸ਼ਨ ਮੈਪਸ ਦੇ ਅਕੋਰਡਿੰਗ ਉਹਦੀ ਪੋਜੀਸ਼ਨ ਆ ਜਿਹੜੀ ਉਹਨੂੰ ਸ਼ੋ ਕੀਤਾ ਹੋਇਆ। ਅਨਦਰ ਐਗਜ਼ਾਮਪਲ ਵੀ ਹੈਵ ਇਨ ਕੇਸ ਆਫ ਮਲਟੀਜੀਨ ਫੈਮਲੀਜ਼ ਵਿਦ ਆਈਡੈਂਟੀਕਲ ਜੀਨਸ, ਰਾਈਬੋਸੋਮਲ RNA ਜੀਨਸ ਔਰ ਜਿਹੜਾ rRNA ਜੀਨਸ ਇਨ ਅ ਟੈਂਡਮ ਐਰੇ। ਹੁਣ ਇਹ ਆਪਣੇ ਕੋਲ ਇੱਕ ਕ੍ਰੋਮੋਸੋਮ ਆ ਨਾ, ਤੁਹਾਨੂੰ ਪਤਾ ਹੈ ਕਿ ਜਿਹੜੇ ਸੈਟੇਲਾਈਟ ਕ੍ਰੋਮੋਸੋਮ ਹੁੰਦੇ ਉਹਨਾਂ ਦੇ ਵਿੱਚ NOR ਰੀਜ਼ਨਸ ਹੁੰਦੇ ਜਿਨ੍ਹਾਂ ਨੂੰ ਨਿਊਕਲੀਓਲਰ ਆਰਗੇਨਾਈਜ਼ਿੰਗ ਰੀਜ਼ਨਸ ਕਹਿੰਦੇ ਆ। ਹੁਣ ਇਹ ਰੀਜ਼ਨ ਦੇ ਉੱਤੇ ਜਿਹੜੀਆਂ rRNA ਜੀਨਸ ਪ੍ਰੈਜ਼ੈਂਟ ਹੁੰਦੀਆਂ ਨੇ
ਹੁਣ ਇੱਕ ਜਿਹੜਾ ਸੈੱਲ ਆ ਜੀ ਕ੍ਰੋਮੋਸੋਮ ਆ, ਇੱਕ ਸੈੱਲ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਨੀਅਰਲੀ 10 ਮਿਲੀਅਨ ਰਾਈਬੋਸੋਮਸ ਦੀ ਜ਼ਰੂਰਤ ਹੁੰਦੀ ਆ। ਸੋ ਇਹ NOR ਰੀਜ਼ਨ ਦੇ ਉੱਤੇ ਇਸ ਡਿਮਾਂਡ ਨੂੰ ਫੁੱਲਫਿਲ ਕਰਨ ਦੇ ਲਈ ਲਾਰਜ ਨੰਬਰ ਆਫ ਰਿਪੀਟਸ ਪ੍ਰੈਜ਼ੈਂਟ ਹੁੰਦੀਆਂ ਨੇ ਆਪਣੇ ਕੋਲ ਜੀਨਸ ਦੀਆਂ। ਹੁਣ ਇਹ ਜਿਹੜੀਆਂ ਜੀਨਸ ਨੇ ਇਹਨਾਂ ਦੀ ਰੈਪੀਟੇਸ਼ਨ ਜਿਹੜੀ ਆ 50 to 30,000 ਤੱਕ ਹੋ ਸਕਦੀ ਹੈ, ਜਿਹੜੀ ਇਹ ਰੈਪੀਟੇਸ਼ਨ ਇਹਨਾਂ ਦੀ ਹੈਗੀ ਆ। ਸੋ ਅਗਰ ਆਪਾਂ ਹੁਣ ਇਹਨਾਂ ਦੀ ਗੱਲ ਕਰੀਏ ਹੈ ਨਾ ਕਿ ਜਦੋਂ DNA ਜਿਹੜਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਕ੍ਰੋਮੋਸੋਮ ਦਾ DNA ਦਾ ਬਣਿਆ ਹੁੰਦਾ ਆ। ਹੁਣ ਉਹ DNA ਜਿਹਦੇ ਉੱਤੇ RNA ਜੀਨਸ ਪ੍ਰੈਜ਼ੈਂਟ ਆ, ਉਹ DNA ਨੂੰ rDNA ਕਿਹਾ ਜਾਂਦਾ, ਮੀਨਸ ਰਾਈਬੋਸੋਮਲ DNA। ਔਰ ਇਹ DNA ਜਿਹੜਾ ਰੈਪੀਟੇਟਿਵ ਯੂਨਿਟਸ ਦੇ ਵਿੱਚ ਹੁੰਦਾ। ਦਿਸ ਇਜ਼ ਦਾ ਇਨਲਾਸਟ ਪੋਰਸ਼ਨ ਆਫ NOR ਰੀਜ਼ਨ, ਥੀਸ ਆਰ ਸ਼ੋਇੰਗ ਰਿਪੀਟ ਯੂਨਿਟਸ ਨਾ, ਟੈਂਡਮ ਰਿਪੀਟਸ ਜਿਹੜੇ ਆ ਉਹ ਸ਼ੋ ਕਰ ਰਹੇ ਨੇ। ਹੁਣ ਅਗਰ ਇੱਕ ਰਿਪੀਟ ਨੂੰ ਆਪਾਂ ਮੈਗਨੀਫਾਈ ਕਰਕੇ ਅਗਰ ਦੇਖਦੇ ਹਾਂ ਤਾਂ ਉਹਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਆ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਕੋਡਿੰਗ ਰੀਜ਼ਨ ਹੁੰਦਾ। ਕਿਹੜਾ ਕੋਡਿੰਗ ਰੀਜ਼ਨ? ਟ੍ਰਾਂਸਕ੍ਰਾਈਬਡ ਰੀਜ਼ਨ ਇਜ਼ ਕਾਲਡ ਕੋਡਿੰਗ ਰੀਜ਼ਨ ਵਿਚ ਹੈਵ 18S 5.8S ਐਂਡ ਇੱਥੇ ਕਈ ਜਗ੍ਹਾ ਦੇ ਉੱਤੇ 28 ਮੈਂਸ਼ਨ ਕੀਤਾ, ਕਈ ਜਗ੍ਹਾ 'ਤੇ 26 ਹੁੰਦਾ। ਸੋ ਆਪਣੇ ਕੋਲ ਕੀ 26 ਔਰ 28S ਜਿਹੜਾ ਹੈਗਾ ਆ ਜੀਨਸ ਨੂੰ ਕੋਡ ਮੋਲੀਕਿਊਲਸ ਨੂੰ ਕੋਡ ਕਰਨ ਵਾਲੀਆਂ ਜੀਨਸ ਪ੍ਰੈਜ਼ੈਂਟ ਹੁੰਦੀਆਂ ਨੇ। ਉਸ ਤੋਂ ਬਾਅਦ ਆਪਣੇ ਕੋਲ ਜਿਹੜੇ ਹੈਗੇ ਨੇ ਸਪੇਸਰ ਰੀਜ਼ਨਸ ਆਉਂਦੇ ਨੇ। ਸਪੇਸਰ ਜਿਹੜੇ ਆ IGS ਜਿਹੜੇ ਦੋਨੋਂ ਸਾਈਡ ਦੇ ਉੱਤੇ ਪਏ ਨੇ, ਇਹ ਕੀ ਆ ਆਪਣੇ ਕੋਲ ਇੰਟਰਜੈਨਿਕ ਸਪੇਸਰਸ। ਇੰਟਰਜੈਨਿਕ ਸਪੇਸਰਸ ਮੀਨਸ ਕੀ ਆ? ਸਪੇਸ ਬਿਟਵੀਨ ਦੀ 2 ਜੀਨਸ। ਸੋ ਆਪਣੇ ਕੋਲ ਕਿਵੇਂ ਪਤਾ ਚੱਲਦਾ? ਇੱਥੇ ਇੱਕ ਕੋਡਿੰਗ ਰੀਜ਼ਨ ਪਿਆ ਆ ਕੋਡਿੰਗ ਰੀਜ਼ਨ ਇੱਕ ਪਿਆ ਆ, ਇਹ ਇਹਨਾਂ ਦੇ ਵਿੱਚ ਜਿਹੜੇ ਆ ਸਪੇਸਰਸ ਪਏ ਨੇ। ਔਰ ਤੀਸਰਾ ਆਪਣੇ ਕੋਲ ਕੀ ਹੁੰਦੇ ਆ? ITS ਇੰਟਰਨਲੀ ਟ੍ਰਾਂਸਕ੍ਰਾਈਬਡ ਰੀਜ਼ਨ ਵਿਚ ਆਰ ਲਾਈ ਬਿਟਵੀਨ ਦਾ ਟ੍ਰਾਂਸਕ੍ਰਾਈਬਡ ਰੀਜ਼ਨ। ਇੰਟਰਨਲੀ ਮੀਨਸ ਕਿ ਥੀਸ ਆਰ ਪ੍ਰੈਜ਼ੈਂਟ ਬਿਟਵੀਨ ਦਾ 2 ਜੀਨਸ। 18S ਔਰ 5.8S ਦੇ ਵਿੱਚ ਹੁੰਦਾ, ਇੱਕ 26 ਔਰ 28S ਔਰ 5.8 ਦੇ ਵਿੱਚ ਜਿਹੜਾ ਪ੍ਰੈਜ਼ੈਂਟ ਹੁੰਦਾ ਆ। ਇਹਨਾਂ ਨੂੰ ਇੰਟਰਨਲ ਟ੍ਰਾਂਸਕ੍ਰਾਈਬਡ ਰੀਜ਼ਨਸ ਕਹਿੰਦੇ ਨੇ। ਹੁਣ ਜਿਹੜੇ ਰੀਜ਼ਨਸ IGS ਦੇ ਟ੍ਰਾਂਸਕ੍ਰਾਈਬਡ ਰੀਜ਼ਨਸ ਦੇ ਨਾਲ ਜੁਆਇਨ ਕਰਦੇ ਨੇ, ਉਹ ਵਾਲੇ ਰੀਜ਼ਨਸ ਨੂੰ ETS ਕਿਹਾ ਜਾਂਦਾ, ਐਕਸਟਰਨਲ ਟ੍ਰਾਂਸਕ੍ਰਾਈਬਡ ਜਿਹੜੇ ਰੀਜ਼ਨਸ ਪ੍ਰੈਜ਼ੈਂਟ ਹੁੰਦੇ ਨੇ। ਸੋ ਜਿਹੜੇ IGS ਆ ਦੀਜ਼ ਆਰ ਦੀ ਨੋਨ ਟ੍ਰਾਂਸਕ੍ਰਾਈਬਡ ਰੀਜ਼ਨਸ। ਇਹ ਹੁਣ ਜਿਹੜੇ ਆਪਣੇ ਕੋਲ ਕੀ ਆ ਇੱਕ ਰੀਜ਼ਨ ਜਿਹੜਾ ਸ਼ੋ ਕੀਤਾ ਕਿ IGS ਜਿਹੜੇ ਹੁੰਦੇ ਨੇ ਟੈਂਡਮ ਸਬ ਰਿਪੀਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। 100 to 300 ਬੇਸ ਪੇਅਰਸ ਜਿਹੜੇ ਇਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਹੁਣ ਜਿਹੜਾ rDNA ਆ ਹੈ ਨਾ, ਇਹ ਕਾਫੀ ਜ਼ਿਆਦਾ ਕਈ ਵਾਰੀ ਰਿਪੀਟ ਯੂਨਿਟ ਦੇ ਵਿੱਚ ਪਿਆ ਹੁੰਦਾ ਔਰ ਇੱਕ ਲੂਪ ਫਾਰਮੇਸ਼ਨ ਕਰ ਲੈਂਦਾ ਕ੍ਰੋਮੋਸੋਮ ਫਾਈਬਰ ਦੀ, ਇੱਕ ਲੂਪ ਜਿਹਾ ਬਣਾ ਲੈਂਦਾ ਆ। ਸੋ ਇਹਦਾ ਜਿਹੜਾ ਨੰਬਰ ਆ ਡਿਫਰੈਂਟ ਜਿਹੜੇ ਔਰਗੇਨਿਜ਼ਮਸ ਨੇ ਉਹਨਾਂ ਦੇ ਵਿੱਚ ਵੇਰੀ ਕਰਦਾ ਔਰ ਇਹਦੀ ਲੈਂਥ ਵੀ ਜਿਹੜੀ ਆ ਵੇਰੀ ਕਰਦੀ। ਅਗਰ ਆਪਾਂ ਕੋਡਿੰਗ ਐਂਡ ਸਪੇਸਰ ਰੀਜਨ ਦੀ ਜਿਹੜੀ ਲੈਂਥ ਦੀ ਗੱਲ ਕਰੀਏ ਤਾਂ 7 KB to 14 KB ਹੋ ਸਕਦੀ ਹੈ ਇਹ, ਬਟ ਇਨ ਕੇਸ ਆਫ ਵੀਟ ਐਂਡ ਬਾਰਲੇ ਜਿਹੜੀ 9 to 10 KB ਜਿਹੜੀ ਹੈਗੀ ਹੈ ਬੇਸ ਪੇਅਰ ਇਹਦੀ ਲੈਂਥ ਹੁੰਦੀ ਆ। ਦੈਨ ਆਪਣੇ ਕੋਲ ਆ ਗਿਆ ਐਵੋਲਿਊਸ਼ਨ ਆਫ ਮਲਟੀ ਜੀਨ ਫੈਮਲੀਜ਼। ਨਾਵਲ ਹੋਰ ਵੀ ਕਾਫੀ ਸਾਰੀਆਂ ਐਗਜ਼ਾਮਪਲਸ ਤੁਹਾਡੀ ਬੁੱਕ 'ਤੇ ਦਿੱਤੀਆਂ ਨੇ, ਤੁਹਾਨੂੰ ਜਿਹੜੀ ਅੱਛੀ ਲੱਗਦੀ ਤੁਸੀਂ ਉਹ ਵੀ ਜਿਹੜੀ ਹੈਗੀ ਪੜ੍ਹ ਸਕਦੇ ਹੋ, ਪਰ ਮੇਜਰਲੀ ਜਿਹੜੀਆਂ ਠੀਕ ਲੱਗਿਆ ਮੈਨੂੰ ਉਹ ਤੁਹਾਨੂੰ ਮੈਂ ਕਰਾਤੀਆਂ। ਇਸ ਤੋਂ ਇਲਾਵਾ ਵੀ ਅਗਰ ਤੁਸੀਂ ਜਿਹੜੀ ਕੋਈ ਐਗਜ਼ਾਮਪਲ ਇਫ ਯੂ ਵਾਂਟ ਟੂ ਇੰਟਰੋਡਿਊਸ ਇਨ ਯੋਰ ਮਤਲਬ ਕੁਐਸਚਨ ਤਾਂ ਤੁਸੀਂ ਪੜ੍ਹ ਸਕਦੇ ਹੋ, ਠੀਕ ਆ। ਨਾਓ ਵੀ ਵਿਲ ਟਾਕ ਅਬਾਊਟ ਦੀ ਐਵੋਲਿਊਸ਼ਨ ਆਫ ਮਲਟੀ ਜੀਨ ਫੈਮਲੀਜ਼। ਇੱਕ ਸਿੰਪਲੀ ਜਿਹੜਾ ਫਲੋ ਚਾਰਟ ਸ਼ੋ ਕੀਤਾ ਕਿ ਮੰਨ ਲਓ ਕਿ ਕੋਈ ਐਨਸੈਸਟਰਲ ਜੀਨ ਉਹਦੀ ਡੁਪਲੀਕੇਸ਼ਨ ਹੋਈ, ਉਹਦੇ ਤੋਂ 2 ਕਾਪੀਜ਼ ਬਣ ਗਈਆਂ, ਇਹ ਵੀ ਸੇਮ ਫੰਕਸ਼ਨ ਪ੍ਰੋਡਿਊਸ ਕਰ ਰਹੀ ਸੀ, ਇਹ ਵੀ ਫੰਕਸ਼ਨ ਪ੍ਰੋਡਿਊਸ ਕਰੀ, ਬਟ ਔਨ ਦਾ ਟਾਈਮ ਇਹਦੇ ਵਿੱਚ ਕੋਈ ਮੋਡੀਫਿਕੇਸ਼ਨ ਨਹੀਂ ਹੋਈ, ਇਹ ਆਪਣਾ ਸੇਮ ਫੰਕਸ਼ਨ ਪਰਫੋਰਮ ਕਰਿਆ। ਬਟ ਲੇਟਰ ਔਨ ਜਿਹੜੀ ਸੈਕਿੰਡ ਕਾਪੀ ਬਣੀ ਸੀ ਉਹਦੇ ਵਿੱਚ ਕੋਈ ਮੋਡੀਫਿਕੇਸ਼ਨ ਹੋ ਗਈ, ਉਹਦੇ ਵਿੱਚ ਚੇਂਜਸ ਹੋ ਗਈਆਂ, ਐਨੀ ਕਾਈਂਡ ਆਫ ਚੇਂਜਸ ਜਿਹੜੀ ਹੋਈ ਆ ਉਹਦੇ ਕਰਕੇ ਕੀ ਉਹਦੇ ਵਿੱਚ ਜਿਹੜੀ ਡਿਫਰੈਂਟ ਜੀਨ ਦੀ ਤਰ੍ਹਾਂ ਉਹ ਫੰਕਸ਼ਨ ਕਰਨ ਲੱਗੇ, ਉਹਨੂੰ ਆਪਣਾ ਨਵਾਂ ਫੰਕਸ਼ਨ ਜਿਹੜਾ ਆ ਸਟਾਰਟ ਕਰ ਲਿਆ ਆ। ਤਾਂ ਹੁਣ ਆਪਾਂ ਮਲਟੀ ਜੀਨ ਫੈਮਲੀਜ਼ ਦੀ ਗੱਲ ਕਰੀਏ ਤਾਂ ਹੁਣ ਇਹਨੂੰ ਟਾਈਮ ਟੂ ਟਾਈਮ ਜਿਹੜਾ ਆ ਐਕਸਪਲੇਨ ਕਰਦੇ। ਇਹਦੇ 3 ਡਿਫਰੈਂਟ ਮੋਡਲਸ ਨੇ ਔਰ ਜਿਹੜਾ ਕੋਈ ਵੀ ਜਿਹੜਾ ਮੋਡਲ ਆ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਨਹੀਂ ਕਰਦਾ, ਹਰੇਕ ਜਿਹੜੀ ਚੀਜ਼ ਨੂੰ ਐਕਸਪਲੇਨ ਕਰਨੀ ਅਲੱਗ-ਅਲੱਗ ਮੋਡਲਸ ਨੇ ਇਹਦੇ ਵਿੱਚ। ਤਾਂ ਜਿਹੜਾ ਸਭ ਤੋਂ ਪਹਿਲਾਂ ਆਪਣੇ ਕੋਲ ਮੋਡਲ ਆ ਦੈਟ ਇਜ਼ ਡਾਇਵਰਜੈਂਟ ਐਵੋਲਿਊਸ਼ਨ, ਜਿਹੜਾ ਆਪਣੇ ਕੋਲ 1970 ਤੋਂ ਪਹਿਲਾਂ ਆਇਆ ਸੀਗਾ ਔਰ ਇਹ ਜਿਹੜਾ ਆਪਣੇ ਕੋਲ ਗਲੋਬਲ ਜੀਨ ਫੈਮਲੀਜ਼ ਜਿਵੇਂ ਡਾਇਵਰਜੈਂਸ ਸ਼ੋ ਕਰ ਰਹੇ ਆ ਉਹਨਾਂ ਦੀ ਜਿਹੜਾ ਹੈਗਾ ਐਵੋਲਿਊਸ਼ਨ ਨੂੰ ਐਕਸਪਲੇਨ ਕਰਦਾ ਆ।
ਫਿਰ ਨੀਅਰਲੀ ਅਰਾਊਂਡ 1970 ਇੱਕ ਨਿਊ ਮਾਡਲ ਆਇਆ ਕੰਸਰਟਡ ਐਵੋਲਿਊਸ਼ਨ ਮਾਡਲ, ਜਿਹੜਾ ਡਾਇਵਰਜੈਂਸ ਦੀ ਐਬਸੈਂਸ ਨੂੰ ਐਕਸਪਲੇਨ ਕਰਦਾ। ਜਿਵੇਂ RNA ਜੀਨਸ ਨੇ ਉਹਨਾਂ ਦੇ ਵਿੱਚ ਕੋਈ ਡਾਇਵਰਜੈਂਸ ਨਹੀਂ ਹੁੰਦੀ ਔਰ ਉਹਨਾਂ ਦੇ ਜਿਹੜੇ ਇੰਟਰਜੈਨਰਿਕ ਸਪੇਸਰਸ ਨੇ ਉਹ ਵੀ ਸੇਮ ਹੁੰਦੇ ਨੇ, ਉਸ ਚੀਜ਼ ਨੂੰ ਐਕਸਪਲੇਨ ਕਰਨ ਦੇ ਲਈ। ਥਰਡ ਆਪਣੇ ਕੋਲ ਆਇਆ ਅਰਲੀ 1990s ਦੇ ਵਿੱਚ ਅਤੇ ਬਰਥ ਐਂਡ ਡੈਥ ਐਵੋਲਿਊਸ਼ਨ, ਔਰ ਇਹ ਜਿਹੜਾ ਹੈਗਾ MHC ਜੀਨ ਫੈਮਲੀਸ ਨੇ ਜਿਹੜੇ ਮੇਜਰ ਹਿਸਟੋਕੰਪੈਟੀਬਲ ਕੰਪਲੈਕਸ ਆ ਉਹਦੀਆਂ ਜੀਨਸ ਨੂੰ ਜਿਹੜਾ ਹੈਗਾ ਆ ਉਹਦੇ ਐਵੋਲਿਊਸ਼ਨ ਨੂੰ ਐਕਸਪਲੇਨ ਕੀਤਾ ਇਹਦੇ ਥਰੂ। ਇਹਦੇ ਵਿੱਚ ਇਹਨਾਂ ਨੇ ਕੀ ਅਸਿਊਮਸ ਕੀਤਾ ਸੀ ਕਿ ਬਰਥ ਹੁੰਦਾ ਨਿਊ ਜੀਨਸ ਦਾ ਬਾਏ ਡੁਪਲੀਕੇਸ਼ਨਸ, ਔਰ ਜਿਹੜੀ ਹੈਗੀ ਆਪਣੇ ਕੋਲ ਡਿਲੀਸ਼ਨ ਦੇ ਨਾਲ ਜਿਹੜੀਆਂ ਕੁਛ ਐਗਜ਼ਿਸਟਿੰਗ ਜੀਨਸ ਨੇ ਆਲਰੇਡੀ ਉਹਨਾਂ ਦਾ ਲਾਸ ਹੋ ਜਾਂਦਾ ਆ। ਸੋ ਆਪਾਂ 1 ਬਾਏ 1 ਜਿਹੜੇ ਸਾਰੇ ਜਿਹੜੇ ਮਾਡਲਸ ਨੇ ਉਹ ਡਿਸਕਸ ਕਰਾਂਗੇ। ਸੋ ਇਹਦੇ ਵਿੱਚ ਆਪਣੇ ਕੋਲ ਕੀ ਹੈ ਡਾਇਵਰਜੈਂਟ ਐਵੋਲਿਊਸ਼ਨ ਮਾਡਲ ਦੇ ਵਿੱਚ ਕਿ ਬਿਫੋਰ 1970 ਤੋਂ ਆਇਆ ਗਲੋਬਲ ਜੀਨ ਫੈਮਿਲੀ ਨੂੰ ਐਕਸਪਲੇਨ ਕਰਦਾ। ਇਹਦੇ ਵਿੱਚ ਆਪਾਂ ਦੇਖਿਆ ਹੀ ਆ ਕਿ ਜਿਹੜੀ ਹੈ ਨਾ ਐਨਸੈਸਟਰਲ ਜੀਨ ਆ ਉਹ ਇੱਕ ਮੈਟਾਮੈਰਿਕ ਪ੍ਰੋਟੀਨ ਜਿਵੇਂ ਮਾਇਓਗਲੋਬੂਲਿਨ ਐਂਡ ਹੀਮੋਗਲੋਬੂਲਿਨ ਦੋਨਾਂ ਨੂੰ ਕੋਡ ਕਰਦੀ ਸੀ ਜਿਹੜੀ ਐਨਸੈਸਟਰਲ ਜੀਨ ਆ। ਫਰਦਰ ਉਹ ਤੋਂ ਆਪਣੇ ਕੋਲ ਕੀ ਆ ਹੀਮੋਗਲੋਬਿਨ ਐਂਡ ਮਾਇਓਗਲੋਬਿਨ ਦੀ ਬਣਿਆ। ਆਪਾਂ ਸਭ ਤੋਂ ਪਹਿਲਾਂ ਇਸ ਡਾਇਗਰਾਮ ਨੂੰ ਦੇਖ ਲਈਏ, ਇਹਦੇ ਵਿੱਚ ਕੀ ਆ ਕਿ ਆ ਐਨਸੈਸਟਰਲ ਜੀਨ ਉਹਨਾਂ ਨੇ ਐਕਸਪਲੇਨ ਕੀਤੀ ਆ। ਹੁਣ ਜਿਵੇਂ ਇਹਦੇ ਤੋਂ ਇੱਕ ਆ ਡਾਇਵਰਜ ਹੋ ਗਿਆ, ਇੱਕ ਆ ਮਤਲਬ ਇੱਕ ਜਿਹੜੀ ਹੈਗੀ ਆ ਆਪਣੇ ਕੋਲ ਸਪੀਸ਼ੀਜ਼ 2 ਕਹਿ ਲਓ ਜਾਂ ਇੱਕ ਸਪੀਸ਼ੀਜ਼ 1 ਦੇ ਵਿੱਚ ਇੱਦਾਂ ਕੰਪਲੀਟਲੀ ਡਾਇਵਰਜ ਹੋ ਗਿਆ। ਕੁਛ ਵੀ ਜਿਹੜਾ ਹੈਗਾ ਉਹਨਾਂ ਦਾ ਨੋ ਡਾਊਟ ਜਦੋਂ ਡੇਟ ਬੈਕ ਇਹਨਾਂ ਨੂੰ ਚੈੱਕ ਕਰਦੇ ਤਾਂ ਸਿਮਿਲਰ ਨੇ, ਬਟ ਹੁਣ ਇਹ ਜਿਹੜੇ ਕੰਪਲੀਟਲੀ ਜਿਹੜੇ ਇੱਕ ਦੂਸਰੇ ਦੇ ਨਾਲੋਂ ਜਿਹੜੇ ਹੈਗੇ ਨੇ ਇਹ ਕਹਿ ਲਓ ਕਿ ਡੁਪਲੀਕੇਸ਼ਨ ਹੋਈ ਫਿਰ ਡਾਇਵਰਜੈਂਸ ਹੋ ਗਈ, ਡੁਪਲੀਕੇਸ਼ਨ ਹੋਈ ਡਾਇਵਰਜੈਂਸ ਹੋ ਗਈ। ਸੋ ਇਹਦੇ ਵਿੱਚ ਆਪਣੇ ਕੋਲ ਕੀ ਇੱਕ ਐਨਸੈਸਟਰਲ ਜੀਨ ਆ ਜਿਹੜੀ ਹੀਮੋਗਲੋਬਿਨ ਅਤੇ ਮਾਇਓਗਲੋਬਿਨ ਨੂੰ ਕਰਦੀ ਹੈ। ਅਤੇ ਹੁਣ ਆਪਾਂ ਜਿਵੇਂ ਦੇਖਿਆ ਕਿ ਜਿਹੜੀ ਹੀਮੋਗਲੋਬਿਨ ਆ ਉਹ ਇੱਕ ਮੈਟਾਮੈਰਿਕ ਪ੍ਰੋਟੀਨ ਆਪਾਂ ਪਹਿਲਾਂ ਵੀ ਦੇਖੀ ਹੈ ਇਹ ਚੀਜ਼ ਹੈ ਨਾ, ਸਾਰੀ ਆਲਰੇਡੀ ਦੇਖਿਆ ਹੈ ਆਪਣੇ ਕੋਲ ਡਾਇਗਰਾਮਸ। ਅਲਫਾ ਐਂਡ ਬੀਟਾ ਸਬ ਯੂਨਿਟਸ ਦੀ ਬਣੀ ਹੁੰਦੀ ਆ ਔਰ ਹਿਊਮਨਸ ਦੇ ਵਿੱਚ 2 ਟਾਈਪ ਦੇ ਅਲਫਾ ਹੀਮੋਗਲੋਬੁਲਿਨ ਹੁੰਦੇ ਨੇ ਅਤੇ 4 ਟਾਈਪ ਦੇ ਬੀਟਾ। ਆਪਾਂ ਆਲਰੇਡੀ ਆਪਾਂ ਜਿਹੜਾ ਪਹਿਲਾਂ ਪਿੱਛੇ ਸਾਰੀਆਂ ਚੀਜ਼ਾਂ ਇਹ ਡਾਇਗਰਾਮਸ ਦੇ ਵਿੱਚ ਦੇਖੀਆਂ ਨੇ, ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਜਿਹੜੀ ਦਿਖਾ ਦਿੰਦੀ ਹਾਂ। ਆਹ ਵਾਲੀ ਚੀਜ਼ ਦੀ ਆਪਾਂ ਗੱਲ ਕਰ ਰਹੇ ਹਾਂ, ਠੀਕ ਹੈ। ਆਪਣੇ ਕੋਲ ਕੀ ਆ ਅਲਫਾ 1 ਅਲਫਾ 2 ਨਾਲ ਦੀ ਨਾਲ ਸੂਡੋ ਜੀਨਸ ਬੀਟਾ ਗਲੋਬੂਲਿਨ ਜੀਨ ਸਾਰੀ ਫੈਮਿਲੀ ਜਿਹੜੀ ਹੈਗੀ 11th ਕ੍ਰੋਮੋਸੋਮ 'ਤੇ ਪ੍ਰੈਜ਼ੈਂਟ ਆ। ਹੁਣ ਜਿਹੜੀ ਮਾਇਓਗਲੋਬੂਲਿਨ ਦੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਉਹ 22 ਨੰਬਰ ਆਫ ਕ੍ਰੋਮੋਸੋਮ 'ਤੇ 22 ਨੰਬਰ ਕ੍ਰੋਮੋਸੋਮ ਦੇ ਉੱਤੇ ਉਹ ਜਿਹੜੀ ਮਾਇਓਗਲੋਬਿਨ ਜੀਨ ਆ ਉਹ ਪ੍ਰੈਜ਼ੈਂਟ ਆ। ਹੁਣ ਅਗਰ ਇਹਨਾਂ ਦੀ ਜਿਹੜੀ ਡੇਟ ਬੈਕ ਇਹਨਾਂ ਨੂੰ ਚੈੱਕ ਕਰਦੇ, ਅਗਰ ਇਹਨਾਂ ਦਾ ਸੀਕੁਐਂਸ ਐਨਾਲਿਸਿਸ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਜਿਹੜੀ ਵਰਟੀਬ੍ਰੇਟ ਮਾਇਓਗਲੋਬਿਨ ਆ ਔਰ ਹੀਮੋਗਲੋਬਿਨ ਨੇ ਉਹ ਡਾਇਵਰਜਡ ਹੋਈਆਂ ਨੇ ਨੀਅਰਲੀ 450 ਮਿਲੀਅਨ ਈਅਰਸ ਅਗੋ, ਇੱਕ ਦੂਸਰੇ ਤੋਂ ਡਾਇਵਰਜ ਹੋਈਆਂ। ਇਹਦੇ ਵਿੱਚ ਕੀ ਆ ਡੁਪਲੀਕੇਸ਼ਨ ਹੋਈ ਆ, ਡਾਇਵਰਜੈਂਸ ਹੋਈ ਆ ਔਰ ਅਲਟੀਮੇਟਲੀ ਇਹਦੇ ਵਿੱਚ ਜਿਹੜੀ ਹੈਗੀ ਆ 2 ਕਲਾਸਿਸ ਦੇ ਲੋਸਾਈ ਦੇ ਵਿੱਚ ਡਿਫਰੈਂਸੀਏਸ਼ਨ ਆ ਗਈ। ਤਾਂ ਆਪਣੇ ਕੋਲ ਕੀ ਆ ਆਰਥੋਲੋਗਸ ਔਰ ਆਪਣੇ ਕੋਲ ਪੈਰਾਲੋਗਸ ਕਾਈਂਡ ਆਫ ਜਿਹੜੀਆਂ ਕਲਾਸਿਸ ਬਣੀਆਂ। ਅਗਰ ਆਪਾਂ ਆਰਥੋਲੋਗਸ ਦੀ ਗੱਲ ਕਰਦੇ ਹਾਂ, ਆਰਥੋਲੋਗਸ ਜਿਹੜੀਆਂ ਹੈਗੀਆਂ ਨੇ ਵਿਚ ਰਿਪਰੈਜ਼ੈਂਟ ਦਾ ਸੇਮ ਲੋਕਸ ਇਨ ਡਿਫਰੈਂਟ ਸਪੀਸ਼ੀਜ਼, ਠੀਕ ਹੈ। ਜਿਵੇਂ ਆਪਣੇ ਕੋਲ ਕੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਰਥੋਲੋਗਸ। ਆਰਥੋਲੋਗਸ ਕੀ ਆ ਸੇਮ ਲੋਕਸ ਇਨ ਡਿਫਰੈਂਟ ਸਪੀਸ਼ੀਜ਼, ਡਿਫਰੈਂਟ ਸਪੀਸ਼ੀਜ਼ ਦੇ ਵਿੱਚ ਚਲੇਗਾ। ਜਿਵੇਂ ਆਪਣੇ ਕੋਲ ਬੀਟਾ ਗਲੋਬਿਨ ਲੋਸਾਈ ਆ ਹਿਊਮਨਸ ਦੇ ਵਿੱਚ ਵੀ ਆ, ਚਿਕਨਸ ਦੇ ਵਿੱਚ ਵੀ ਆ। ਅਤੇ ਇਹਦੇ ਵਿੱਚ ਕੀ ਆ ਕਿ ਡਾਇਵਰਜੈਂਸ ਜਿਹੜੀ ਹੈਗੀ ਆ ਸਪੀਸ਼ੀਜ਼ ਡਾਇਵਰਜੈਂਸ ਹੋ ਗਈ। ਲੋਕਸ ਸੇਮ ਆ ਬੀਟਾ ਗਲੋਬਿਨ ਦਾ, ਬਟ ਕੀ ਆ ਡਿਫਰੈਂਟ ਸਪੀਸ਼ੀਜ਼ ਨੇ। ਤਾਂ ਇਟ ਮੀਨ ਕੀ ਆ ਡਾਇਵਰਜੈਂਸ ਰਿਜ਼ਲਟਡ ਇਨਟੂ ਸਪੀਸ਼ੀਜ਼ ਡਾਇਵਰਜੈਂਸ। ਉਸ ਤੋਂ ਬਾਅਦ ਆਪਣੇ ਕੋਲ ਪੈਰਾਲੋਗ ਆ ਗਈ। ਪੈਰਾਲੋਗ ਦੀ ਗੱਲ ਕਰਦੇ ਹਾਂ ਕਿ ਇਹ ਜਿਹੜੀ ਹੈਗੀ ਆ ਐਨਸੈਸਟਰਲ ਜੀਨ ਦੇ ਵਿੱਚ ਮਤਲਬ ਕਿ ਕਹਿ ਲਓ ਆਪਾਂ ਇੱਕੋ ਹੀ ਜਿਹੜੀ ਹੈਗੀ ਆ ਇੱਕੋ ਹੀ ਆਰਗੇਨਿਜ਼ਮ ਦੇ ਵਿੱਚ ਪ੍ਰੈਜ਼ੈਂਟ ਆ। ਜਿਵੇਂ ਹਿਊਮਨਸ ਦੇ ਵਿੱਚ ਅਲਫਾ ਐਂਡ ਬੀਟਾ ਲੋਸਾਈ ਪ੍ਰੈਜ਼ੈਂਟ ਨੇ, ਉਹਨਾਂ ਦੇ ਵਿੱਚ ਡਾਇਵਰਜੈਂਸ ਹੈਗੀ ਆ ਬਟ ਪ੍ਰੈਜ਼ੈਂਟ ਉਹ ਸੇਮ ਆਰਗੇਨਿਜ਼ਮ ਦੇ ਵਿੱਚ ਆ, ਉਹਨੂੰ ਪੈਰਾਲੋਗਸ ਕਹਿ ਦਿੰਦੇ। ਕਿਸੇ ਵੀ ਜਿਹੜੀ ਹੈਗੀ ਆ ਅਲਫਾ ਬੀਟਾ ਲੋਕਸ ਨੇ ਕਿਸੇ ਵੀ ਇੱਕ ਟੈਕਸਸ ਦੇ ਇੱਕ ਟਾਈਪ ਦੇ ਆਰਗੇਨਿਜ਼ਮ ਦੀ ਆਪਾਂ ਗੱਲ ਕਰ ਰਹੇ ਤਾਂ ਉਹਨਾਂ ਦੇ ਵਿੱਚ ਜਿਹੜੀ ਹੈਗੇ ਨੇ ਪੈਰਾਲੋਗਸ ਜੀਨਸ ਉਹਨਾਂ ਨੂੰ ਕਿਹਾ ਜਾਂਦਾ। ਉਸ ਤੋਂ ਬਾਅਦ ਆਪਣੇ ਕੋਲ ਇਹਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਐਵੋਲਿਊਸ਼ਨ ਦੀ, ਜਿਵੇਂ ਪਹਿਲਾਂ ਗੱਲ ਕੀਤੀ ਸੀਗੀ ਕਿ ਆਪਣੇ ਕੋਲ ABCD ਇੱਕ ਐਨਸੈਸਟਰਲ ਸਪੀਸ਼ੀਜ਼ ਆ, ਉਹ 'ਚ ਕੁਛ ਡਿਲੀਸ਼ਨ ਹੋਈ ਹੈ ਨਾ। ਇੱਕ ਦੇ ਵਿੱਚ A ਦੀ ਡਿਲੀਸ਼ਨ ਹੋ ਕੇ BCD ਬਣ ਗਿਆ, ਦੂਸਰੇ ਦੇ ਵਿੱਚ D ਦੀ ਡਿਲੀਸ਼ਨ ਹੋ ਕੇ ABC, 2 ਡਿਫਰੈਂਟ ਟਾਈਪ ਦੀਆਂ ਬਣ ਗਿਆ। ਨੋ ਡਾਊਟ BCD BC ਦੋਨਾਂ ਦੇ ਵਿੱਚ ਕਾਮਨ ਹੈ। ਇਟ ਮੀਨ ਇਹ ਸ਼ੋਅ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਇਹਨਾਂ ਦਾ ਕਾਮਨ ਜਿਹੜਾ ਓਰੀਜਨ ਸੀਗਾ, ਬਟ ਇਹ ਡਾਇਵਰਟ ਹੋ ਰਹੀਆਂ ਨੇ, ਡਾਇਵਰਜੈਂਸ ਸ਼ੋਅ ਕਰ ਰਹੀਆਂ ਨੇ। ਤਾਂ ਉਸ ਤੋਂ ਬਾਅਦ ਕੀ ਆ ਇੱਦਾਂ ਹੀ ਡਿਲੀਸ਼ਨ ਐਂਡ ਡੁਪਲੀਕੇਸ਼ਨ, ਦੋਨਾਂ ਦੇ ਵਿੱਚ ਡੁਪਲੀਕੇਸ਼ਨ ਹੋ ਗਈ BCDD ABCC, ਫਿਰ ਇਹਦੇ ਵਿੱਚ ਡਿਲੀਸ਼ਨ ਹੋ ਗਈ
C ਦੀ B D D ਰਹਿ ਗਿਆ, ਇਹਦੇ ਵਿੱਚ ਡੁਪਲੀਕੇਸ਼ਨ ਹੋ ਗਈ। ਫਰਦਰ A B C B C C ਹੋ ਗਿਆ, ਤਾਂ ਇੱਥੇ ਆਪਣੇ ਕੋਲ ਕੀ ਹੈ ਫਿਰ ਡੁਪਲੀਕੇਸ਼ਨ ਹੋ ਗਈ B D D। ਔਰ ਇਹਦੇ ਵਿੱਚ ਜਿਵੇਂ ਆਪਣੇ ਕੋਲ A B C B C C ਇਹਦੇ ਵਿੱਚ ਫਰਦਰ ਡਿਲੀਸ਼ਨ ਹੋ ਗਈ, ਆਪਣੇ ਕੋਲ ਜਿਹੜਾ ਹੈਗਾ A B C C C ਰਹਿ ਗਿਆ ਹੈ ਨਾ। ਤਾਂ ਇਟ ਮੀਨ ਕੀ ਆ ਸੱਚ ਅਲਟੀਮੇਟ ਜਿਹੜਾ ਇਹਨਾਂ ਦਾ ਓਰੀਜਨ ਪੁਆਇੰਟ ਸੀ ਉਹ ਇੱਕੋ ਹੀ ਸੀਗਾ A B C D। ਬਟ ਹੁਣ ਅਗਰ ਇਹਨਾਂ ਦੀ ਆਪਾਂ ਡਿਫਰੈਂਟ ਇੰਨੀ ਐਵੋਲਿਊਸ਼ਨ ਤੋਂ ਬਾਅਦ ਜਿਹੜੀ ਜੀਨੋਮਿਕ ਸਟੱਡੀ ਦੇਖਦੇ ਹਾਂ ਐਵੋਲਿਊਸ਼ਨ ਤੋਂ ਬਾਅਦ, ਤਾਂ ਉਸ ਕੇਸਿਸ ਦੇ ਵਿੱਚ ਹੈਗੇ ਥੋੜ੍ਹੀ ਬਹੁਤੀ ਰਿਜ਼ੈਂਬਲੈਂਸ ਜਿਹੜੀ ਹੈ ਪ੍ਰੀਮੀਟਿਵਸ ਦੇ ਨਾਲ ਸ਼ੋਅ ਕਰ ਰਹੇ ਨੇ, ਬਟ ਕੰਪਲੀਟਲੀ ਅਦਰਵਾਈਜ਼ ਇਹ ਡਾਇਵਰਜੈਂਸ ਸ਼ੋਅ ਕਰਦੇ ਨੇ ਇਹਨਾਂ ਤੋਂ। ਸੋ ਦਿਸ ਕਾਈਂਡ ਆਫ ਓਰੀਜਨ ਇਜ਼ ਕਾਲਡ divergent evolution of multi-gene families. Then we have concerted evolution. So this is second kind of mechanism of evolution, and this is find around the 1970। ਇਹਦੇ ਵਿੱਚ ਕੀ ਆ ਆਪਣੇ ਕੋਲ ਜਿਹੜੀਆਂ complete identity ਹੁੰਦੀ ਆ among the multiple copies on same chromosomes, or even also maintained among repeats on different chromosome। ਇਹਦੇ ਵਿੱਚ ਆਪਣੇ ਕੋਲ ਕਾਫੀ ਜ਼ਿਆਦਾ ਐਗਜ਼ਾਮਪਲਸ ਨੇ, ਜਿਵੇਂ ਇੱਕ ਤਾਂ ਹੈਗਾ ਕਿ ਸੇਮ ਆਰ ਡੀ ਐਨ ਏ ਦੇ ਉੱਤੇ ਜਿਹੜੀਆਂ ਜੀਨਸ ਪਾਈਆਂ ਉਹਨਾਂ ਦੇ ਵਿੱਚ ਤਾਂ ਜਿਹੜੀ ਸਿਮਿਲੈਰਿਟੀ ਹੈਗੀ। ਇਸ ਤੋਂ ਇਲਾਵਾ ਅਗਰ ਡਿਫਰੈਂਟ ਆਰਗੇਨਿਜ਼ਮਸ ਨੇ ਜਿਹੜੇ ਆਰ ਡੀ ਐਨ ਏ ਰਿਪੀਟਸ ਲੋਕੇਟਡ ਔਨ ਐਨ ਓ ਆਰ ਇਨ ਡਿਫਰੈਂਟ ਆਰਗੇਨਿਜ਼ਮ ਦੇ ਵਿੱਚ ਵੀ ਸਿਮਿਲੈਰਿਟੀਜ਼ ਨੇ। ਔਰ ਇਨ ਕੇਸ ਆਫ ਹਿਊਮਨਸ ਜਿਹੜੇ ਨੇ ਆਪਣੇ ਕੋਲ ਤੋਂ ਡਿਫਰੈਂਟ ਕ੍ਰੋਮੋਜ਼ੋਮ ਦੇ ਉੱਤੇ ਐਨ ਓ ਆਰ ਰੀਜ਼ਨਸ ਪ੍ਰੈਜ਼ੈਂਟ ਹੁੰਦੇ ਨੇ, ਔਰ ਉਹ ਰਿਪੀਟਸ ਯੂਨਿਟਸ ਨੇ ਜਿਹੜੀਆਂ ਬਹੁਤ ਜ਼ਿਆਦਾ ਆਈਡੈਂਟੀਕਲ ਨੇ। ਔਰ ਇਸ ਤੋਂ ਇਲਾਵਾ ਟੀ ਆਰ ਐਨ ਏ ਜਿਹੜੀਆਂ ਜੀਨਸ ਨੇ 8 ਡਿਫਰੈਂਟ ਕ੍ਰੋਮੋਜ਼ੋਮ 'ਤੇ ਪ੍ਰੈਜ਼ੈਂਟ ਨੇ ਈਸਟ ਦੇ ਵਿੱਚ, ਉਹ ਵੀ ਜਿਹੜੀਆਂ ਆਈਡੈਂਟੀਕਲ ਜੀਨਸ ਨੇ। ਸੋ ਇਹਦੇ ਵਿੱਚ ਆਪਣੇ ਕੋਲ ਕੀ ਹੈ ਕਿ ਸਾਰਾ ਕੁਛ ਹੀ ਜਿਹੜਾ ਸਿਮਿਲਰ ਜਿਹੜਾ ਸ਼ੋਅ ਕਰਦਾ ਹੈ। ਇਹ ਤੋਂ ਇਹ ਸੁਜੈਸਟ ਹੁੰਦਾ ਆਪਣੇ ਕੋਲ ਕਿ ਇਹ ਜਿਹੜੀਆਂ ਜੀਨਸ ਨੇ ਉਹ ਇੰਡੀਪੈਂਡੈਂਟਲੀ ਇਵੋਲਵ ਨਹੀਂ ਹੋਈਆਂ, ਕੰਸਰਟਡ ਕਾਈਂਡ ਆਫ ਐਵੋਲਿਊਸ਼ਨ ਹੋਇਆ। ਮੀਨਸ ਟੂ ਸੇ ਕਿ ਇਹਦੀਆਂ ਜਿਹੜੀਆਂ ਮਲਟੀਪਲ ਕਾਪੀਜ਼ ਨੇ ਉਹ ਸਿੰਗਲ ਯੂਨਿਟ ਦੀ ਤਰ੍ਹਾਂ ਜਿਹੜੀਆਂ ਨੇ ਉਹ ਇਵੋਲਵ ਹੋਈਆਂ ਨੇ। ਲਾਈਕ ਇਹਦੇ ਵਿੱਚ ਤਾਂ ਆਪਾਂ ਜਿਹੜੀ ਪਿੱਛੇ ਡਾਇਗਰਾਮਸ ਵਿੱਚ ਦੇਖੋ, ਉਹਦੇ ਵਿੱਚ ਤਾਂ ਆਪਾਂ ਜਿਹੜਾ ਪੂਰੇ ਦਾ ਪੂਰਾ ਜਿਹੜਾ ਡਿਫਰੈਂਟਲੀ ਕਹਿ ਰਹੇ ਹਾਂ ਕਿ ਡਾਇਵਰਟ ਹੋ ਗਈਆਂ, ਜਿਵੇਂ ਆਪਾਂ ਆਹ ਡਾਇਗਰਾਮ ਦੇਖੀ ਸੀਗੀ ਹੈ ਨਾ, ਆਹ ਵਾਲੀ ਦੇ ਵਿੱਚ ਗੱਲ ਕੀਤੀ ਸੀ। ਬਟ ਇਹਨਾਂ ਦੇ ਵਿੱਚ ਕੀ ਆ, ਪੂਰੇ ਦੀ ਪੂਰੀ ਜਿਹੜੀ ਕਲਾਸ ਆ ਉਹ ਇਕੱਠੀ ਹੋਈ ਇੱਕੋ ਹੀ ਕਾਇੰਡ ਤੋਂ ਜਿਹੜੀ ਹੈਗੀ ਆ ਉਹ ਇਵੋਲਵ। ਸੌਰੀ ਮੇਰਾ ਡਿਸਟਰਬੈਂਸ ਲਈ। ਸੋ ਆਪਣੇ ਕੋਲ ਇਹਦੇ ਵਿੱਚ ਕੀ ਆ ਕਿ ਉਹਦੇ ਵਿੱਚ ਤਾਂ ਸੈਪਰੇਟਲੀ ਹੋਇਆ ਸੀ, ਬਟ ਇਹ ਪੂਰੇ ਦਾ ਪੂਰਾ ਜਿਹੜੀ ਆਪਣੇ ਕੋਲ ਯੂਨਿਟ ਆ ਉਹ ਇਕੱਠੀ ਇਵੋਲਵ ਹੋਈ ਹੈ ਸਾਰੀ ਉਹਦੀ ਐਵੋਲਿਊਸ਼ਨ। ਦਿਸ ਇਜ਼ ਅ ਕੰਪਲੀਟ ਯੂਨਿਟ, ਔਰ ਕੰਪਲੀਟ ਯੂਨਿਟ ਦੀ ਐਵੋਲਿਊਸ਼ਨ ਜਿਹੜੀ ਮੰਨ ਲਓ ਕਿ ਇਹਦੇ ਤੋਂ ਹੋਈ ਆ, ਤਾਂ ਸਾਰੇ ਜਿਹੜੇ ਹੈਗੇ ਆ ਸਿਮਿਲਰ ਰੀਜ਼ਨਸ ਨੇ ਉਹ ਸ਼ੋਅ ਕਰਦੇ ਨੇ, ਕੰਸਰਟਡ ਐਵੋਲਿਊਸ਼ਨ ਜਿਹੜੇ ਸ਼ੋਅ ਕਰਦੇ ਨੇ। ਔਰ ਇਸ ਕਾਇੰਡ ਦੇ ਵਿੱਚ ਅਗਰ ਕਿਸੇ ਇੱਕ ਅੱਧੀ ਕਾਪੀ ਦੇ ਵਿੱਚ, ਕਿਉਂਕਿ ਲਾਰਜ ਨੰਬਰ ਆਫ ਕਾਪੀ ਸੇਮ ਜੀਨ ਆਇਡੈਂਟੀਕਲ ਪਈਆਂ, ਇੱਕ ਅੱਧੀ ਜੀਨ ਦੇ ਵਿੱਚ ਮਿਊਟੇਸ਼ਨ ਹੋ ਜਾਂਦੀ ਆ ਤਾਂ ਉਹ ਜ਼ਿਆਦਾ ਜਿਹੜੀ ਹੈਗੀ ਆ ਸਰਵਾਈਵਲ ਨੂੰ ਅਫੈਕਟ ਨਹੀਂ ਕਰਦੀ। ਪਰ ਹਾਂ ਇਹਦੇ ਵਿੱਚ ਇਹ ਚੀਜ਼ ਹੈਗੀ ਕਿ ਨੈਚੁਰਲ ਸਿਲੈਕਸ਼ਨ ਦੇ ਲਈ ਉਹਨੂੰ ਆਪਾਂ ਕੰਸੀਡਰ ਕਰ ਸਕਦੇ ਹਾਂ, ਬਟ ਅਦਰਵਾਈਜ਼ ਜਿਹੜੀ ਆ ਹੋਰ ਕਿਸੇ ਜਿਹੜੀ ਹੈਗੀ ਆ ਆਰਗੇਨਿਜ਼ਮ ਦੇ ਸਰਵਾਈਵਲ ਜਾਂ ਕਿਸੇ ਚੀਜ਼ ਨੂੰ ਅਫੈਕਟ ਉਹ ਨਹੀਂ ਕਰਦੀ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੀ ਆ ਕਿ ਇਹ ਹੋਮੋਜੀਨੈਸਿਟੀ ਸ਼ੋਅ ਕਰਦੇ ਨੇ ਡਿਊਰਿੰਗ ਦਾ ਐਵੋਲਿਊਸ਼ਨ। ਚਲੋ ਇਹ ਚੀਜ਼ ਤਾਂ ਸਹੀ ਹੈ ਕਿ ਕੋਡਿੰਗ ਰੀਜ਼ਨਸ ਨੇ ਜਿਹੜੇ ਹੈ ਨਾ ਉਹ ਐਵੋਲਿਊਸ਼ਨ ਦੇ ਟਾਈਮ ਦੇ ਉੱਤੇ ਸੇਮ ਨੇ, ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਰੈਗੂਲੇਟਰੀ ਸੀਕੁਐਂਸਿਸ ਨੇ ਜਾਂ ਉਹਨਾਂ ਦੇ ਉਹ ਸਾਰਾ ਕੁਝ ਸੇਮ ਆ, ਕਿਉਂਕਿ ਉਹਨਾਂ ਨੇ ਫੰਕਸ਼ਨ ਇੱਕ ਕਰਨਾ, ਇੱਕ ਕਾਇੰਡ ਦਾ ਪ੍ਰੋਡਕਟ ਜਿਹੜਾ ਸਿੰਥੇਸਾਈਜ਼ ਕਰਨਾ ਆ। ਬਟ ਹੁਣ ਰੀਜ਼ਨ ਇਹ ਆ ਕਿ ਵਾਈ ਦੀ ਸਪੇਸਰ ਰੀਜ਼ਨਸ ਆਰ ਸੋ ਆਇਡੈਂਟੀਕਲ, ਕਿ ਸਪੇਸਰ ਰੀਜ਼ਨਸ ਦਾ ਕੋਈ ਕੰਮ ਨਹੀਂ ਹੈਗਾ, ਦੈਨ ਵਾਈ ਦੀਜ਼ ਸਪੇਸਰ ਰੀਜ਼ਨਸ ਆਰ ਆਇਡੈਂਟੀਕਲ। ਤਾਂ ਉਸ ਚੀਜ਼ ਨੂੰ ਵੀ ਕੋਡਿੰਗ ਰੀਜ਼ਨਸ ਹੀ ਐਕਸਪਲੇਨ ਕਰਦੇ ਆ ਕਿ ਉਹ ਹੋਮੋਜਨਾਈਜੇਸ਼ਨ ਜਿਹੜੀ ਉਹਨਾਂ ਦੀ ਹੁੰਦੀ ਆ ਉਹ ਕੋਡਿੰਗ ਰੀਜ਼ਨਸ ਦੇ ਕਰਕੇ ਹੀ ਹੁੰਦੀ ਹੈ, ਕਿਉਂਕਿ ਜਿਹੜੇ ਕੋਡਿੰਗ ਰੀਜ਼ਨਸ ਦੇ ਆਲੇ ਦੁਆਲੇ ਵਾਲੇ ਰੀਜ਼ਨਸ ਪਏ ਨੇ ਜਸਟ ਡਿਊ ਟੂ ਦਾ ਕੋਡਿੰਗ ਰੀਜ਼ਨ, ਉਹ ਜਿਹੜੇ ਆ ਜ਼ਿਆਦਾ ਐਵੋਲਿਊਸ਼ਨ ਸ਼ੋਅ ਨਹੀਂ ਕਰਦੇ, ਜ਼ਿਆਦਾ ਮੋਡੀਫਿਕੇਸ਼ਨ ਸ਼ੋਅ ਨਹੀਂ ਕਰਦੇ। ਇਹਦਾ ਇੱਕ ਕੇਸ ਆ, ਇੱਕ ਐਗਜ਼ਾਮਪਲ ਆਪਣੇ ਕੋਲ ਕਿ ਜਿਹੜੇ ਆਪਣੇ ਕੋਲ RNA ਦੀ ਟਰਾਂਸਕ੍ਰਾਈਬਡ ਯੂਨਿਟ ਆ ਉਹਦੇ ਨਾਲ ਜਿਹੜੇ ਸਪੇਸਰਸ ਪਏ ਹੁੰਦੇ ਨੇ ਉਹ ਕੀ ਕਰਦੇ ਨੇ, ਲੋਕਲਾਈਜੇਸ਼ਨ ਕਰਦੇ ਆ ਰਿਕੋਂਬੀਨੇਸ਼ਨ ਦੇ, ਉੱਥੇ ਰਿਕੋਂਬੀਨੇਸ਼ਨ ਹੋਣ ਦੇ ਚਾਂਸਿਸ ਨੂੰ ਇਨਕਰੀਜ਼ ਕਰਦੇ ਨੇ। ਸੋ ਇਹ ਜਿਹੜੇ ਰਿਕੋਂਬੀਨੇਸ਼ਨਲ ਹੌਟ ਸਪੌਟਸ ਨੇ ਉਹ ਇੱਕ ਤਰ੍ਹਾਂ ਨਾਲ ਹੋਮੋਜੀਨਾਈਜੇਸ਼ਨ ਦੇ ਵਿੱਚ ਹੈਲਪ ਕਰਦੇ ਨੇ। ਸੋ ਇੱਦਾਂ ਆਪਾਂ ਜਿਹੜੇ ਸਪੇਸਰ ਰੀਜ਼ਨਸ ਦੀ ਜਿਹੜੀ ਡਾਇਵਰਜੈਂਸ ਨਾ ਹੋਣ ਦੇ ਰੀਜ਼ਨ ਨੂੰ ਐਕਸਪਲੇਨ ਕਰ ਸਕਦੇ ਹਾਂ। ਤਾਂ ਉਹ ਤਿੰਨ ਫਿਨੋਮੀਨਾਸ ਨੂੰ ਫੋਲੋ ਕਰਦੇ ਨੇ, ਜੀਨ ਕਨਵਰਜਨ ਕਰ ਸਕਦੇ ਨੇ, ਅਨਈਕੁਅਲ ਸਿਸਟਰ ਕ੍ਰੋਮੈਟਿਡ ਐਕਸਚੇਂਜ ਹੋ ਸਕਦਾ, ਜਾਂ ਆਪਣੇ ਕੋਲ ਜੀਨ ਐਂਪਲੀਫਿਕੇਸ਼ਨ ਹੋ ਸਕਦਾ ਆ। ਆਹੀ ਸਾਰੀ ਚੀਜ਼ਾਂ ਮੈਂ ਐਕਸਪਲੇਨ ਕਰਤੀ ਪਹਿਲਾਂ।
ਉਹੀ ਚੀਜ਼ ਜਿਹੜੀ ਇੱਥੇ ਨਾ ਲਿਖੀ ਹੋਈ ਆ ਕਿ ਆਪਣੇ ਕੋਲ 3 ਜਿਹੜੇ ਹੈਗੇ ਹੋਮੋਜੀਨਾਈਜੇਸ਼ਨ ਨੂੰ ਮੇਨਟੇਨ ਕਰਨ ਦੇ ਲਈ ਕਰਦੇ ਨੇ। ਤਾਂ ਫਰਸਟ ਆਪਣੇ ਕੋਲ ਕੀ ਆ ਗਿਆ, ਜੀਨ ਕਨਵਰਜਨ। ਹੁਣ ਨਾਨ ਰੈਸੀਪ੍ਰੋਕਲ ਜਿਹੜੀ ਰਿਕੋਂਬੀਨੇਸ਼ਨ ਦੇ ਵਿੱਚ ਕੀ ਹੁੰਦਾ, ਦਿਸ ਇਜ਼ ਦਾ ਨਾਰਮਲ ਕ੍ਰੋਸਓਵਰ ਨੂੰ ਸ਼ੋ ਕਰ ਰਿਹਾ ਕਿ ਇੱਥੇ ਕ੍ਰੋਸਿੰਗ ਓਵਰ ਹੋਈ, ਸੈਗਮੈਂਟ ਐਕਸਚੇਂਜ ਹੋ ਗਏ। ਬਟ ਜੀਨ ਕਨਵਰਜਨ ਦੇ ਵਿੱਚ ਕੀ ਹੁੰਦਾ, ਜੇ ਕਹਿ ਲਓ ਕਿ ਮਿਊਟੈਂਟ ਫਾਰਮ ਆ, ਕਈ ਵਾਰੀ ਕੀ ਆ ਮਿਊਟੇਸ਼ਨ ਹੋ ਰਹੀ ਹੈ ਜਾਂ ਕੁਛ ਵੀ ਰੀਜ਼ਨਸ ਹੋ ਰਹੇ ਨੇ, ਤਾਂ ਉਹਦੇ ਨਾਲ ਕੀ ਆ ਜਿਹੜੀ ਆਪਣੇ ਕੋਲ ਰਿਕੋਂਬੀਨੇਸ਼ਨ ਉਹ ਰੈਸੀਪ੍ਰੋਕਲ ਨਹੀਂ ਹੁੰਦੀ, ਦੋਨੋਂ ਦੇ ਸੈਗਮੈਂਟ ਐਕਸਚੇਂਜ ਨਹੀਂ ਹੁੰਦੇ। ਮੰਨ ਲਓ ਇਹਦੀਆਂ ਕਾਪੀਜ਼ ਪ੍ਰੈਜ਼ੈਂਟ ਆ ਜਾਂ ਕੁਛ ਵੀ ਆ, ਉਹਦੀ ਕਾਪੀ ਸਿੰਥੇਸਾਈਜ਼ ਹੋਈ, ਜਿਵੇਂ ਵੀ ਹੋਈ, ਇਹ ਸੈਗਮੈਂਟ ਤਾਂ ਰਿਮੂਵ ਹੋ ਗਿਆ, ਬਟ ਇੱਥੇ ਇਹਦੀ ਕਾਪੀ ਇੰਟਰੋਡਿਊਸ ਹੋ ਗਈ, ਇਹ ਜਿਹੜਾ ਈ ਵਾਲਾ ਇੱਧਰ ਇੰਟਰੋਡਿਊਸ ਨਹੀਂ ਹੁੰਦਾ। ਇਟ ਮੇ ਬੀ ਡਿਊ ਟੂ ਦਾ ਮਿਊਟੇਸ਼ਨਸ ਕਰਕੇ ਜਾਂ ਮਿਊਟੇਸ਼ਨਲ ਜਿਹੜੇ ਹੈਗੇ ਨੇ, ਆਲਰੇਡੀ ਮਿਊਟੇਸ਼ਨ ਜਿਹੜੀ ਇਹ ਹੋਈ ਆ ਜੀਨਸ ਦੇ ਵਿੱਚ, ਉਹਦੇ ਨਾਲ ਕਿਤੇ ਕ੍ਰਾਸਿੰਗ ਓਵਰ ਹੋ ਜਾਂਦੀ ਆ। ਸੋ ਸੱਚ ਕਾਈਂਡ ਆਫ ਜਿਹੜੀ ਹੈਗੀ ਆ ਆਪਣੇ ਕੋਲ ਕਨਵਰਜਨ ਇਹ ਸ਼ੋ ਕਰਦੇ ਨੇ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਸਿਸਟਰ ਕ੍ਰੋਮੈਟਿਡ ਐਕਸਚੇਂਜ। ਸਿਸਟਰ ਕ੍ਰੋਮੈਟਿਡ ਐਕਸਚੇਂਜ ਦੇ ਵਿੱਚ ਕੋਈ ਐਕਸਪਲੇਨ ਕਰਨ ਦੀ ਮੇਰੇ ਅਕੋਰਡਿੰਗ ਇੰਨੀ ਜ਼ਿਆਦਾ ਜ਼ਰੂਰਤ ਨਹੀਂ। ਓਬਵੀਅਸ ਆ ਕਿ ਇਕੁਅਲ ਜਿਹੜਾ ਐਕਸਚੇਂਜ ਹੋਊਗਾ ਤਾਂ ਡੈਫੀਨੇਟਲੀ ਉਹ ਹੋਮੋਜੀਨੈਸਿਟੀ ਨੂੰ ਜਿਹੜਾ ਹੈਗਾ ਮੇਨਟੇਨ ਕਰਕੇ ਰੱਖਣਗੇ। ਤਾਂ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀਨ ਐਂਪਲੀਫਿਕੇਸ਼ਨ। ਆਪਣੇ ਕੋਲ ਕੀ ਹੁੰਦਾ, ਮੰਨ ਲਓ ਕੋਈ ਮਿਊਟੈਂਟ ਕਾਪੀ ਪਈ ਆ ਹੈ ਨਾ ਮਲਟੀਜੀਨ ਫੈਮਿਲੀ ਦੀ, ਤਾਂ ਉਹਦੇ ਵਿੱਚ ਜਿਹੜੀ ਆਪਣੇ ਕੋਲ ਉਸ ਮਿਊਟੈਂਟ ਦੇ ਵਿੱਚ ਡੁਪਲੀਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਨੂੰ ਐਂਪਲੀਫਿਕੇਸ਼ਨ ਕਹਿ ਸਕਦੇ ਹਾਂ ਆਪਾਂ, ਹੈ ਨਾ। ਉਹ ਜਦੋਂ ਮੰਨ ਲਓ ਇੱਥੇ ਇਹਨਾਂ ਨੇ ਇਹ ਸੈਗਮੈਂਟ ਦੀ ਗੱਲ ਕੀਤੀ ਹੈ, ਸੈਗਮੈਂਟ ਦੇ ਵਿੱਚ ਐਂਪਲੀਫਿਕੇਸ਼ਨ ਹੋਣੀ ਸ਼ੁਰੂ ਹੋ ਗਈ, ਲਾਈਕ ਇੱਥੇ ਜੋ ਇੱਦਾਂ ਲਾਈਨ ਦੇ ਵਿੱਚ ਉਹਦੀ ਸੇਮ ਸੈਗਮੈਂਟ ਆ ਜਿਹੜੇ ਐਂਪਲੀਫਾਈ ਹੋਣੇ ਸ਼ੁਰੂ ਹੋ ਗਏ। ਤਾਂ ਉਹ ਕੇਸਿਸ ਦੇ ਵਿੱਚ ਕੀ ਹੁੰਦਾ ਆ ਕਿ ਇਹ ਡਿਪੈਂਡ ਕਰਦਾ ਕਿ ਫੰਕਸ਼ਨਲ ਰੀਜ਼ਨਸ ਦੇ ਵਿੱਚ ਐਂਪਲੀਫਿਕੇਸ਼ਨ ਹੋ ਰਹੀ ਹੈ ਜਾਂ ਨਾਨ ਫੰਕਸ਼ਨਲ ਰੀਜ਼ਨ ਦੇ ਵਿੱਚ। ਅਗਰ ਤਾਂ ਜਿਹੜੀ ਫੰਕਸ਼ਨਲ ਰੀਜ਼ਨਸ ਦੇ ਵਿੱਚ ਐਂਪਲੀਫਿਕੇਸ਼ਨ ਹੋ ਰਹੀ ਆ ਤਾਂ ਜਿਹੜਾ ਮਿਊਟੇਸ਼ਨ ਆ ਉਹ ਸਪਰੈਡ ਕਰੂਗੀ ਔਰ ਅੱਗੇ ਦੀ ਅੱਗੇ ਫਰਦਰ ਉਹ ਮੂਵ ਕਰੀ ਜਾਊਗੀ। ਬਟ ਅਗਰ ਜਿਹੜੀ ਐਂਪਲੀਫਿਕੇਸ਼ਨ ਆ ਨਾਨ ਫੰਕਸ਼ਨਲ ਰੀਜ਼ਨਸ ਦੇ ਵਿੱਚ ਹੋਣੀ ਸਟਾਰਟ ਹੋ ਗਈ ਤਾਂ ਉਹਦੇ ਨਾਲ ਕੀ ਆ, ਇੰਡੀਵਿਜੂਅਲ ਜਿਹੜਾ ਡਾਈ ਕਰ ਜੂਗਾ ਔਰ ਉਹ ਐਲੀਮੀਨੇਟ ਹੋ ਜੂਗਾ। ਸੋ ਕੋਈ ਵੀ ਕੇਸ ਆ ਹੋਮੋਜੀਨੈਸਿਟੀ ਮੇਨਟੇਨ ਹੋਏਗੀ। ਅਗਰ ਤਾਂ ਆਪਣੇ ਕੋਲ ਫੰਕਸ਼ਨਲ ਕਾਪੀ ਆ ਤਾਂ ਡੈਫੀਨੇਟਲੀ ਉਹ ਐਂਪਲੀਫਿਕੇਸ਼ਨ ਹੋਈ ਜਾਣੀ, ਫਰਦਰ ਜਨਰੇਸ਼ਨ ਦੇ ਵਿੱਚ ਸੇਮ ਹੀ ਚੀਜ਼ ਆਈ ਜਾਣੀ ਆ, ਤਾਂ ਆਬਵੀਅਸ ਆ ਹੋਮੋਜੀਨੈਸਿਟੀ ਮੇਨਟੇਨ ਹੋ ਗਈ। ਔਰ ਦੂਸਰਾ ਕੇਸ ਅਗਰ ਨਾਨ ਫੰਕਸ਼ਨਲ ਆ ਤਾਂ ਉਹਨੇ ਡਾਈ ਕਰ ਜਾਣਾ ਵਾ, ਡਾਈ ਕਰ ਗਿਆ ਉਹਨੇ ਉਹ ਜਿਹੜੀ ਮਿਊਟੇਸ਼ਨ ਸੀ ਜਾਂ ਉਹ ਜਿਹੜਾ ਸਟੈਪ ਸੀ ਉਹ ਰਿਮੂਵ ਹੋ ਗਿਆ, ਸੇਮ ਫਿਰ ਪਹਿਲੇ ਕਾਈਂਡ ਦੇ ਜਿਹੜੀ ਹੈਗੀਆਂ ਜੀਨਸ ਪ੍ਰੈਜ਼ੈਂਟ ਹੋਣਗੀਆਂ। ਸੋ ਉੱਥੇ ਵੀ ਆਪਣੇ ਕੋਲ ਕੀ ਆ, ਐਵੋਲਿਊਸ਼ਨ ਆਪਣੇ ਕੋਲ ਜਿਹੜਾ ਹੋਮੋਜੀਨੈਸਿਟੀ ਆ ਉਹ ਮੇਨਟੇਨ ਹੋ ਜਾਂਦੀ ਆ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਬਰਥ ਐਂਡ ਡੈਥ ਐਵੋਲਿਊਸ਼ਨ। ਹੁਣ ਇਹਦੇ ਵਿੱਚ ਕੀ ਆ ਕਿ ਡਿਊਰਿੰਗ ਦਾ 1970s ਐਂਡ 1980 ਦੇ ਵਿੱਚ ਇਹ ਬਿਲੀਵ ਕੀਤਾ ਜਾਂਦਾ ਸੀਗਾ ਕਿ ਜਿਹੜੀਆਂ MHC ਜੀਨ ਫੈਮਿਲੀ ਆ ਉਹ ਕੰਸਰਟਡ ਐਵੋਲਿਊਸ਼ਨ ਸ਼ੋ ਕਰਦੀ ਆ, ਅਤੇ ਬਟ ਉਹਨਾਂ ਦੇ ਵਿੱਚ ਕੀ ਸੀਗਾ ਕਿ ਉਹ ਪੋਲੀਮੋਰਫਿਜ਼ਮ ਦਾ ਕਰੈਕਟਰ ਸ਼ੋ ਕਰਦੇ। ਜਿਵੇਂ MHC ਜਿਹੜੇ ਲੋਸਾਈ ਆ ਹੈ ਨਾ, ਉਹ ਕੰਸਰਟਡ ਤਾਂ ਹੈ ਹੀ ਨਹੀਂ ਗੇ ਕਿਉਂਕਿ ਉਹਨਾਂ ਦੇ ਵਿੱਚ ਪੋਲੀਮੋਰਫਿਜ਼ਮ ਬਹੁਤ ਜ਼ਿਆਦਾ ਆ। ਔਰ ਉਹ ਵੀ ਇਸ ਤਰ੍ਹਾਂ ਆ ਕਿ ਜਿਹੜੀ MHC1A ਆ ਉਹਦੇ ਵਿੱਚ ਜ਼ਿਆਦਾ ਨੰਬਰ ਆਫ ਐਲੀਲਸ ਨੇ ਐਜ਼ ਕੰਪੇਅਰ ਟੂ ਦਾ MHC1B ਦੇ ਨਾਲੋਂ। ਸੋ ਇਸ ਕਰਕੇ ਆਪਣੇ ਕੋਲ ਕੀ ਆ, ਔਰ ਈਵਨ ਇਹ ਜਿਹੜੀਆਂ ਜੀਨਸ ਨੇ ਡਿਫਰੈਂਟ ਵਰਟੀਬ੍ਰੇਟਸ ਦੇ ਵਿੱਚ ਡਿਫਰੈਂਟ ਨੇ। ਸੋ ਇਹ ਕੰਸਰਟਡ ਐਵੋਲਿਊਸ਼ਨ ਤਾਂ ਫੋਲੋ ਕਰ ਹੀ ਨਹੀਂ ਸਕਦੀਆਂ ਕਿਉਂਕਿ ਕੰਸਰਟਡ ਦੇ ਵਿੱਚ ਤਾਂ ਕੀ ਹੁੰਦਾ ਕਿ ਡਿਫਰੈਂਟ ਆਰਗੇਨਿਜ਼ਮ ਦੇ ਵਿੱਚ ਸੇਮ ਕਾਈਂਡ ਆਫ ਪੋਲੀਮੋਰਫਿਜ਼ਮ, ਨੋ ਡਾਊਟ ਪੋਲੀਮੋਰਫਿਜ਼ਮ ਸ਼ੋ ਕਰਦੇ ਆ ਬਟ ਸੇਮ ਆ ਟਾਈਪ ਦੇ ਹੋਣੇ ਚਾਹੀਦੇ ਆ, ਬਟ ਇਹਦੇ ਵਿੱਚ ਤਾਂ ਡਿਫਰੈਂਟ ਸ਼ੋ ਕਰਦੇ। ਅਤੇ ਇਸ ਕਰਕੇ ਇਹਨੂੰ ਐਕਸਪਲੇਨ ਕਰਨ ਦੇ ਲਈ 1990s ਦੇ ਵਿੱਚ ਇੱਕ ਨਿਊ ਮਾਡਲ ਐਕਸਪਲੇਨ ਕੀਤਾ ਗਿਆ ਜਿਹਨੂੰ ਬਰਥ ਐਂਡ ਡੈਥ ਐਵੋਲਿਊਸ਼ਨ ਕਹਿੰਦੇ। ਇਹ ਜਿਹੜਾ ਬਹੁਤ ਹੀ ਸਹੀ ਤਰੀਕੇ ਦੇ ਨਾਲ ਇਸ ਚੀਜ਼ ਨੂੰ ਐਕਸਪਲੇਨ ਕਰਦਾ, ਇੱਕ ਬੈਟਰ ਐਕਸਪਲੇਨੇਸ਼ਨ ਦਿੰਦਾ ਆ ਕਿ ਕੁਛ ਜਿਹੜੀਆਂ ਨਿਊ ਜੀਨਸ ਨੇ ਉਹ ਕ੍ਰੀਏਟ ਹੋ ਜਾਂਦੀਆਂ ਡੁਪਲੀਕੇਸ਼ਨ ਦੇ ਨਾਲ, ਔਰ ਦੂਸਰੀਆਂ ਜਿਹੜੀਆਂ ਲੋਸਟ ਹੋ ਜਾਂਦੀਆਂ, ਜਿਵੇਂ ਹੀ ਡਾਇਵਰਜੈਂਸ ਹੋਣੀ ਸ਼ੁਰੂ ਹੋ ਜਾਂਦੀ ਆ ਡਿਫਰੈਂਟ ਸਪੀਸ਼ੀਜ਼ ਦੀ, ਤਾਂ ਉਸ ਟਾਈਮ 'ਤੇ ਉਹ ਜਿਹੜੀਆਂ ਨੇ ਲੋਸਟ ਹੋ ਜਾਂਦੀਆਂ ਨੇ। ਸੋ ਸੱਚ ਕਾਈਂਡ ਆਫ ਜਿਹੜੀ ਹੈਗੀ ਆ ਇਹਨਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਕੋਲ ਐਕਸਪਲੇਨੇਸ਼ਨ ਦਿੱਤੀ ਆ ਬਰਥ ਐਂਡ ਡੈਥ ਐਵੋਲਿਊਸ਼ਨ ਦੀ। ਹੁਣ ਇਹਦੇ ਵਿੱਚ ਵੀ ਇੱਦਾਂ ਹੀ ਇਹਨਾਂ ਨੇ ਚੀਜ਼ ਸ਼ੋ ਕੀਤੀ ਕਿ ਲਾਈਕ ਇਹ ਜੀਨਸ ਆਈ ਆ, ਬਲੈਕ ਵਾਲੇ ਡੈਥ ਸ਼ੋ ਕਰ ਰਹੇ ਨੇ, ਵਾਈਟ ਵਾਲੇ ਜਿਹੜੇ ਹੈਗੇ ਨੇ ਆਪਣੇ ਕੋਲ ਕੀ ਆ ਜਿਹੜੀ ਫਰਦਰ ਮੂਵ ਕਰ ਰਹੀਆਂ ਨੇ। ਸੋ ਇੱਦਾਂ ਕੋਈ ਡੈਥ ਬਰਥ ਜਿਹੜੀਆਂ ਡਿਫਰੈਂਟ ਜੀਨਸ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਕੋਲ ਇਹ ਸ਼ੋ ਕਰ ਰਹੇ ਨੇ ਕਿ ਕੁਛ ਜੀਨਸ ਨੇ ਜਿਹੜੀਆਂ ਇਵੋਲਵ ਹੋ ਰਹੀਆਂ ਨੇ, ਕੁਛ ਜੀਨਸ ਦੇ ਵਿੱਚ ਚੇਂਜ ਹੋ ਕੇ ਉਹ ਜੀਨ ਹੀ ਖਤਮ ਹੋ ਗਈ ਆ, ਜਾਂ ਉਹਦੇ ਵਿੱਚ ਜ਼ਿਆਦਾ ਮੋਡੀਫਿਕੇਸ਼ਨ ਹੋ ਕੇ ਨਿਊ ਕਾਈਂਡ ਦੀ ਜੀਨ ਬਣ ਗਈ ਆ, ਕਿਸੇ ਦੇ ਵਿੱਚ ਡੁਪਲੀਕੇਸ਼ਨ। ਡੈਥ ਦਾ ਮੀਨਿੰਗ ਇਹ ਨਹੀਂ ਹੈਗਾ ਕਿ ਉਹ ਜੀਨ ਵੀ ਮਤਲਬ ਰਿਮੂਵ ਹੋ ਗਈ ਆ, ਡੈਥ ਦਾ ਮਤਲਬ ਕਿ ਉਹਦੇ ਵਿੱਚ ਕੁਛ ਡੈਫੀਸ਼ੈਂਸੀਜ਼ ਹੋ ਗਈਆਂ, ਨਾਨ ਫੰਕਸ਼ਨਲ ਹੋ ਗਈ ਆ। ਹੁਣ ਉਹ ਨਾਨ ਫੰਕਸ਼ਨਲ ਆ, ਮੇ ਵੀ ਉਹਦੇ ਵਿੱਚ ਕੁਛ ਹੋਰ ਮੋਡੀਫਿਕੇਸ਼ਨ ਹੋ ਕੇ ਉਹ ਫਰਦਰ ਜਿਹੜੀ ਆ ਫੰਕਸ਼ਨਲ ਹੋ ਸਕਦੀ ਆ। ਸੋ ਇੱਦਾਂ ਉਹਦੇ ਵਿੱਚ ਕੀ ਆ, ਡੈਫੀਸ਼ੈਂਸੀ, ਡੁਪਲੀਕੇਸ਼ਨ, ਡਿਲੀਸ਼ਨ, ਨੋ ਡਾਊਟ ਸਮ ਟਾਈਮ ਕੀ ਆ ਉਹ ਰਿਮੂਵ ਵੀ ਹੋ ਸਕਦੇ, ਜਿਵੇਂ
ਅਗਰ ਆਪਾਂ ਜਿਹੜੇ ਡੈਫੀਸ਼ੀਐਂਸੀਜ਼ ਪੜ੍ਹੀਆਂ ਨੇ, ਮੇਜਰ ਡੈਫੀਸ਼ੀਐਂਸੀ ਆ, ਮੇਜਰ ਲਾਸ ਆ, ਤਾਂ ਉਹ ਜਿਹੜੀ ਜੀਨ ਆ ਉਹ ਰਿਮੂਵ ਵੀ ਹੋ ਸਕਦੀ ਆ। ਸੋ ਸੱਚ ਕਾਈਂਡ ਵੇ ਦੇ ਨਾਲ ਕੀ ਆਪਣੇ ਕੋਲ ਬਰਥ ਐਂਡ ਡੈਥ ਐਵੋਲਿਊਸ਼ਨ ਜਿਹੜਾ ਇਸ ਚੀਜ਼ਾਂ ਨੂੰ ਐਕਸਪਲੇਨ ਕਰਦਾ। ਔਰ ਜਿਹੜਾ ਬਰਥ ਐਂਡ ਡੈਥ ਐਵੋਲਿਊਸ਼ਨ ਕਾਈਂਡ ਜਿਹੜੀ ਐਵੋਲਿਊਸ਼ਨ ਬਹੁਤ ਸਾਰੀਆਂ ਜੀਨ ਫੈਮਲੀਜ਼ ਦੇ ਵਿੱਚ ਹੋਈ ਆ, ਜਿਵੇਂ ਇਮਿਊਨ ਸਿਸਟਮ ਦੀਆਂ ਜੀਨਸ ਨੇ, ਵਰਟੀਬ੍ਰੇਟਸ ਦੇ ਵਿੱਚ ਆਪਣੇ ਕੋਲ ਟੀ ਸੈਲ ਰਿਸੈਪਟਰ ਨੇ, ਇਮਿਊਨੋਗਲੋਬੁਲਿਨਸ ਨੇ, MHC ਨੇ, ਈਵਨ ਪਲਾਂਟਸ ਦੇ ਵਿੱਚ ਜਿਹੜੇ ਡਿਜ਼ੀਜ਼ ਰੈਜ਼ਿਸਟੈਂਟ ਲੋਸਾਈ ਨੇ ਉਹਨਾਂ ਦੇ ਵਿੱਚ ਜਿਹੜੀ ਐਵੋਲਿਊਸ਼ਨ ਆ, ਦੈਟ ਐਵੋਲਿਊਸ਼ਨ ਹੈਗੀ ਆ ਮਲਟੀ ਜੀਨ ਫੈਮਿਲੀ, ਦੈਟ ਇਜ਼ ਡਿਊ ਟੂ ਦਾ ਬਰਥ ਐਂਡ ਡੈਥ ਐਵੋਲਿਊਸ਼ਨ। ਉਸ ਤੋਂ ਬਾਅਦ ਇਹਦੇ ਵਿੱਚ ਆਪਣੇ ਕੋਲ ਡਿਵੈਲਪਮੈਂਟਲ ਜੀਨਸ ਨੇ, ਔਰ ਜਿਹੜੀਆਂ ਹੈਗੀਆਂ ਨੇ ਈਵਨ ਜਿਹੜੀਆਂ ਅਮਾਈਲੇਸਿਸ ਔਰ ਯੂਕੈਰੀਓਟਸ ਦੇ ਵਿੱਚ ਹਿਸਟੋਨਸ ਵੀ ਜਿਹੜੀਆਂ ਹੈਗੀਆਂ ਲਿਟਲ ਬਿਟ ਬਰਥ ਐਂਡ ਡੈਥ ਨੂੰ ਫੋਲੋ ਕਰਦੀਆਂ, ਯੂਬੀਕਿਊਟਿਨ, ਨਿਊਕਲੀਅਰ ਰਾਈਬੋਸੋਮਲ RNA। ਸੋ ਨੋ ਡਾਊਟ ਇਹ ਜਿਹੜੀਆਂ ਆਪਾਂ ਪਹਿਲਾਂ ਐਗਜ਼ਾਮਪਲਸ ਪੜ੍ਹੀਆਂ ਉਹ ਉਹਨਾਂ ਨੂੰ ਐਕਸਪਲੇਨ ਕਰਦੇ ਨੇ, ਬਟ ਇਹਨਾਂ ਦੇ ਵਿੱਚ ਕੀ ਆ ਕਿ ਜਿਵੇਂ ਹੁਣ ਜ਼ਿਆਦਾ ਜਿਹੜੀਆਂ ਮੋਡੀਫਿਕੇਸ਼ਨਸ ਹੋ ਰਹੀਆਂ ਨੇ, ਜ਼ਿਆਦਾ ਜਿਹੜੀਆਂ ਵੇਰੀਏਸ਼ਨਸ ਹੋ ਰਹੀਆਂ ਨੇ, ਹੁਣ ਇਹਦੇ ਵਿੱਚ ਵੀ ਆਪਣੇ ਕੋਲ ਕੀ ਆ ਬਹੁਤ ਸਾਰੀਆਂ ਮਲਟੀ ਜੀਨ ਫੈਮਲੀਜ਼ ਜਿਹੜੀਆਂ ਰੀਸੈਂਟ ਟਾਈਮ ਦੇ ਉੱਤੇ ਇਹ ਆਪਣੇ ਕੋਲ ਕੀ ਆ ਬਰਥ ਐਂਡ ਡੈਥ ਕਾਈਂਡ ਆਫ ਐਵੋਲਿਊਸ਼ਨਸ ਨੂੰ ਹੀ ਰਿਪਰੈਜ਼ੈਂਟ ਕਰ ਰਹੇ ਆ। ਸੋ ਦਿਸ ਇਜ਼ ਆਲ ਅਬਾਊਟ ਦ ਮਲਟੀ ਜੀਨ ਫੈਮਲੀਜ਼ ਐਂਡ देयर ਐਵੋਲਿਊਸ਼ਨ। ਥੈਂਕ ਯੂ ਸੋ ਮਚ।